स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। क्षमादान रेडियो पंजाब टुडे सुनने वाले तमाम श्रोते मेरे वालों सरदार बख्तौर सिंह ढिल्लों वालों शिविंदर जी वालों ते तमाम स्टाफ वालों प्यार भरी सत श्री अकाल खुशामदीद। अज दिन है जी सोमवार, तरीक है 5 सितंबर, समा शाम के 6:30 का। तुसीं इस वक्त रेडियो पंजाब टुडे के बठिंडा स्टूडियो के नाल साडे जुड़े हुए हो। अज का प्रोग्राम तुहाडे तक पहुँचाया जी पिंड पैणी बड़िंगा जिला लुधियाना के साडे लिसनर्स वालों, जगजीत सिंह लंडन वालों ते सुखिंदर सिंह न्यूयॉर्क वालों। ते अज दे इस प्रोग्राम दे विच मेरे नाल जुड़नगे शिविंदर जी। ते प्रोग्राम दे विच तुसीं फोन कॉल करके जुड़ सकते हो 9216410666 ते 9814910666 दे उत्ते कॉल कर सकते हो। विशिंगटन फ्रेट सर्विस जिहड़ी सैटल एरिया दे विच ओनर ऑपरेटर ते ड्राइवर हायर कर रही है जी। पंजाबी दे विच डिस्पैच करते हैं, अच्छा बोनस भी देंदे ने। जगदेव संधू होरां नाल 2532666924 ते कॉल कर सकते हो, जां गुरविंदर धालीवाल होरां दे नाल 2063544060 ते कॉल कर सकते हो। पंजाब ट्रक एंड ट्रेलर पेयर इत्थे सैमी ट्रेलर ते रिफर दे सारे काम किए जाते हैं। ऑयल चेंज तो लैके डेफ क्लीनिंग ते इंजन रीबिल्ट तो लैके क्लच ब्रेकां ते DOT सेफ्टी। परमजा जस्सी होरां नूं तुसीं कॉल कर सकते हो 3179797205 ਜਾਂ 6612045818 ਤੇ कॉल कर सकते हो। लोकेशन है जी 1315 ਵੈਸਟਰਨ ਹੰਨਾ ਐਵਨਿਊ ਇੰਡੀਅਨੈਪਲਿਸ। ਇੱਥੇ ਨਵੇਂ ਤੇ ਪੁਰਾਣੇ ਟਾਇਰ ਵੀ ਮਿਲਦੇ ਨੇ। ਕਿਸੇ ਤਰ੍ਹਾਂ ਦੀ ਪੁਰਾਣੀ ਤੋਂ ਪੁਰਾਣੀ ਮਰਜ਼ ਹੈ ਤਾਂ ਅਮਰੀਕਾ ਦੇ ਮਸ਼ਹੂਰ ਹੋਮੋਪੈਥ ਡਾਕਟਰ ਹਰਮਿੰਦਰ ਗਿੱਲ ਹੋਰਾਂ ਦੇ ਨਾਲ 4087377100 ਦੇ ਉੱਤੇ ਅਪਾਇੰਟਮੈਂਟ ਬਣਾ ਸਕਦੇ ਹੋ। ਇਸ ਦੇ ਲਈ ਤੁਸੀਂ ਪੰਜਾਬੀ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਤੁਹਾਡੀ ਦਵਾਈ ਜਿਹੜੀ ਹੈ ਘਰ ਪੁੱਜਦੀ ਕਰ ਦਿੰਦੇ ਨੇ। ਵਧੀਆ ਘਰ ਬਣਾਉਣਾ ਹੈ ਜਾਂ ਕੋਈ ਅਮੈਂਡਮੈਂਟ ਕਰਨੀ ਹੈ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਗਰੇਵਾਲ ਕੰਸਟਰਕਸ਼ਨ ਵਾਲੇ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454 ਦੇ ਉੱਤੇ ਕਾਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦੇ ਟੈਕਸਿਸ ਦੀਆਂ ਸੇਵਾਵਾਂ ਲੈਣੀਆਂ ਜਾਂ ਬੁੱਕ ਕੀਪਿੰਗ ਕਰਨੀ, ਅਕਾਊਂਟ ਮੇਨਟੇਨ ਕਰਨੇ ਹੈ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਲੋਕਪਾਲ ਸੋਲ ਹੋਰਾਂ ਦੇ ਨਾਲ 2535208886 ਦੇ ਉੱਤੇ ਕਾਲ ਕਰ ਸਕਦੇ ਹੋ। 24915104 ਐਵਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ ਜੀ। ਹਰ ਤਰ੍ਹਾਂ ਦੀ ਕੈਟਰਿੰਗ ਕਰਵਾਉਣ ਦੇ ਲਈ ਜਾਂ ਫਿਰ ਡਾਈਨ ਇਨ ਕਰਨ ਦੇ ਲਈ ਮੱਖਣ ਨਾਗਰਾ ਦੇ ਸਪਾਈਸ ਵਿਲੇਜ ਇੰਡੀਅਨ ਰੈਸਟੋਰੈਂਟ 23609104 ਐਵਨਿਊ ਕੈਂਟ ਦੇ ਉੱਤੇ ਜਾ ਸਕਦੇ ਹੋ। ਔਨਲਾਈਨ ਡਿਲੀਵਰੀ ਵੀ ਤੁਸੀਂ ਮੰਗਾ ਸਕਦੇ ਹੋ। ਇਹਨਾਂ ਦਾ ਪਿਕਅਪ ਐਡਰੈਸ ਹੈ ਜੀ ਡਾਊਨਟਾਊਨ 1520 ਬਰਾਡਵੇ ਸੈਟਲ। ਫੋਨ ਕਰ ਸਕਦੇ ਹੋ 2063531699। ਦੂਜਾ ਜੀ 2532467296 ਦੇ ਉੱਤੇ ਕਾਲ ਕਰ ਸਕਦੇ ਹੋ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ ਹਰ ਤਰ੍ਹਾਂ ਦੇ ਰੀਫਰ ਦੀ ਰਿਪੇਅਰ ਕਰਨ ਦੇ ਮਾਹਰ ਹੈ। ਗੈਸ ਰੀਫਿਲ ਕਰਾਉਣੀ ਹੈ ਜਾਂ ਟਾਇਰ ਬਦਲਾਉਣੇ ਨੇ, ਨਵੇਂ ਜਾਂ ਪੁਰਾਣੇ, ਤੁਸੀਂ ਬਾਏ ਕਰ ਸਕਦੇ ਹੋ। ਟਾਇਰ ਬੈਲੈਂਸਿੰਗ 3 ਐਕਸਲ ਟਰੱਕ ਅਲਾਈਨਮੈਂਟ, ਆਇਲ ਚੇਂਜ, ਡੈਫ ਕਲੀਨਿੰਗ, DOT ਸੇਫਟੀ, ਇੰਜਨ ਰੀਬਿਲਟ ਤਾਂ ਤੁਸੀਂ ਫਿਰ 10224 ਰੈਜ਼ੀਡੈਂਸੀ ਰੋਡ ਮਨਾਸਸ ਦੇ ਉੱਤੇ ਜਾ ਸਕਦੇ ਹੋ। ਹਾਈਵੇ 66 ਐਗਜ਼ਿਟ 43 ਦੇ ਬਿਲਕੁਲ ਨਾਲ ਨੇ। 8043728800 ਦੇ ਉੱਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਡੇਰਾ ਬਿਆਸ ਦੀ ਗੱਲ ਕਰੀਏ। ਸਾਰੇ ਸਾਡੇ ਪੰਜਾਬੀਆਂ ਦੀ ਨਿਗਾਹ ਬਿਆਸ ਦੇ ਵਿੱਚ ਜਿਹੜਾ ਨਿਹੰਗਾਂ ਤੇ ਡੇਰਾ ਰਾਧਾ ਸੁਆਮੀਆਂ ਦੇ ਪੈਰੋਕਾਰਾਂ ਦਰਮਿਆਨ ਜਿਹੜੀ ਕਲੈਸ਼ ਹੋਇਆ, ਕੀ ਕਾਰਨ ਨਿਕਲਿਆ? ਇਸ ਤਰ੍ਹਾਂ ਦਾ ਕਲੈਸ਼ ਡੇਰੇ ਵਾਲਿਆਂ ਰਾਧਾ ਸੁਆਮੀਆਂ ਨਾਲ ਕਦੇ ਨਹੀਂ ਸੀ ਹੋਇਆ। ਕੀ ਗੱਲ ਬਣੀ ਜੀ? ਦੇਖੋ ਦਾਨੇਲੀਆ ਸਾਹਿਬ, ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਤਿਵੇਂ ਤਿਵੇਂ ਜਿਹੜੀ ਭਾਈਚਾਰਕ ਏਕਤਾ ਹੈ ਉਹਨੂੰ ਨੁਕਸਾਨ ਪਹੁੰਚਾਉਣ ਦੇ ਯਤਨ ਹੋਣਗੇ। ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਜੀ ਤਾਂ ਕਿ ਰਾਜਨੀਤਿਕ ਤੌਰ 'ਤੇ ਫਿਰਕੂ ਕਤਾਰਬੰਦੀ ਕੀਤੀ ਜਾ ਸਕੇ।
ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ, ਸਾਰਾ ਡੰਬਰ ਜਿਹੜਾ ਹੋ ਰਿਹਾ ਹੈ, ਜੀ ਜਾਂ ਤਾਂ ਯੂਪੀ ਦੇ ਵਿੱਚ ਹੋ ਰਿਹਾ ਹੈ, ਹੂੰ ਬਿਹਾਰ 'ਚ ਹੋ ਰਿਹਾ ਹੈ, ਜਾਂ ਫਿਰ ਪੰਜਾਬ ਦੇ ਬਾਰਡਰ ਏਰੀਏ 'ਚ ਹੋ ਰਿਹਾ ਹੈ। ਹੂੰ ਬਾਰਡਰ ਏਰੀਏ ਦੇ ਵਿੱਚ ਪਿਛਲੇ ਦਿਨਾਂ 'ਚ ਤੁਸੀਂ ਦੇਖੋ ਕਿ ਈਸਾਈਆਂ ਦੇ ਮੁੱਦੇ ਦੇ ਉੱਤੇ ਵੀ ਹੋਇਆ ਸੀ। ਬਿਲਕੁਲ ਈਸਾਈਆਂ ਤੇ ਇਹ ਇਲਜ਼ਾਮ ਲੱਗਿਆ ਸੀ ਕਿ ਈਸਾਈ ਭਾਈਚਾਰੇ ਦੇ ਕੁਝ ਪਾਦਰੀ ਹੂੰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਲਾਲਚ ਦੇ ਕੇ ਜੀ ਉਹਨਾਂ ਦਾ ਧਰਮ ਕਨਵਰਟ ਕਰਵਾ ਰਹੇ। ਹੂੰ ਉਹਨੂੰ ਨਾਂ ਦਿੱਤਾ ਗਿਆ ਸੀ ਜਬਰੀ ਧਰਮ ਤਬਦੀਲੀ। ਜੀ ਲੇਕਿਨ ਜਬਰੀ ਧਰਮ ਤਬਦੀਲੀ ਉਹ ਹੁੰਦੀ ਹੈ ਹੂੰ ਜਿਵੇਂ ਔਰੰਗਜ਼ੇਬ ਕਰਦਾ ਹੁੰਦਾ ਸੀ ਜੀ ਕਿ ਜਾਂ ਤਾਂ ਧਰਮ ਤੁਸੀਂ ਅਡਾਪਟ ਕਰੋ, ਇਸਲਾਮ ਧਰਮ ਸਾਡਾ, ਹੂੰ ਤੇ ਨਹੀਂ ਤੁਹਾਨੂੰ ਜਿਹੜਾ ਹੈਗਾ ਜਿਬਾਹ ਕਰ ਦਿੱਤਾ ਜਾਊਗਾ, ਕਤਲ ਕਰ ਦਿੱਤਾ ਜਾਊਗਾ। ਜੀ ਇੱਥੇ ਆਪਾਂ ਜੇ ਸਾਡੇ ਸਿੱਖ ਆਗੂਆਂ ਦੀ ਗੱਲ ਸੁਣੀਏ ਤਾਂ ਉਹ ਕਹਿੰਦੇ ਆ ਜੀ ਲਾਲਚ ਦਿੱਤਾ ਜਾ ਰਿਹਾ। ਲਾਲਚ ਤੇ ਜ਼ਬਰ ਦਾ ਫਰਕ ਹੁੰਦਾ ਹੈ। ਜੇ ਉਹ ਲਾਲਚ ਦਿੰਦੇ ਆ ਤੇ ਸਾਡੇ ਵਾਲੇ ਪਾਸੋਂ ਬੰਦੇ ਜਿਹੜੇ ਉਧਰ ਨੂੰ ਜਾਂਦੇ ਕਿਉਂ ਜਾਂਦੇ ਆ? ਜੀ ਇਹਦੇ ਬਹੁਤ ਸਾਰੇ ਕਾਰਨ ਹੈ। ਇੱਕ ਕਾਰਨ ਤਾਂ ਇਹਦਾ ਇਹ ਵੀ ਹੈ ਕਿ ਅਸੀਂ ਗੁਰੂਆਂ ਦੇ ਆਸ਼ੇ ਦੇ ਮੁਤਾਬਕ, ਹੂੰ ਗੁਰੂਆਂ ਨੇ ਜਿਹੜੀ ਸਿੱਖਿਆ ਦਿੱਤੀ ਸੀ ਉਹਦੇ ਮੁਤਾਬਕ ਨਹੀਂ ਚੱਲੀ, ਔਰ ਉਹਦੀ ਵਜ੍ਹਾ ਕਾਰਨ ਅਸੀਂ ਜਿਹੜੇ ਸਿੱਖ ਭਾਈਚਾਰੇ ਦੇ ਵਿੱਚੋਂ ਜਿਨ੍ਹਾਂ ਨੇ ਸਿੱਖਾਂ ਦੇ ਘਰਾਂ 'ਚ ਜਨਮ ਲਿਆ ਲੇਕਿਨ ਉਹਨਾਂ ਨੂੰ ਆਪਾਂ ਸਿੱਖ ਨਹੀਂ ਕਹਿ ਸਕਦੇ, ਜਿਹੜੇ ਬੰਦਿਆਂ ਨੇ ਦਾੜੀਆਂ ਕੇਸ ਕੁਤਰੇ ਹੋਏ ਹੈ, ਜਾਂ ਜਿਹੜੇ ਬੰਦੇ ਤਾਗੇ ਤਬੀਤ ਕਰਾਉਂਦੇ ਹੈ, ਮੂਰਤੀ ਪੂਜਾ ਕਰਦੇ ਆ, ਮੜੀਆਂ ਦੇ ਉੱਤੇ ਜਾ ਕੇ ਮੱਥੇ ਟੇਕਦੇ ਆ, ਮੰਦਿਰਾਂ ਦੇ ਵਿੱਚ ਜਾ ਕੇ ਜਗਰਾਤੇ ਕਰਦੇ ਆ, ਜਾਂ ਮਲੇਰਕੋਟਲੇ ਜਾ ਕੇ ਚੌਂਕੀਆਂ ਭਰਦੇ ਆ, ਪੁੱਛਾਂ ਵਾਲਿਆਂ ਕੋਲੇ ਪੁੱਛਾਂ ਲੈਣ ਜਾਂਦੇ ਆ, ਉਹ ਤਾਂ ਫਿਰ ਸਿੱਖ ਨਹੀਂ ਹੋ ਸਕਦੇ। ਉਹਨਾਂ ਨੂੰ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ ਆਪਾਂ ਕਹਿ ਸਕਦੇ। ਜੀ ਜੀ ਤੇ ਜੇ ਉਹ ਲੋਕ ਸਿੱਖੀ ਦੇ ਜਿਹੜਾ ਹੈਗਾ ਮਾਲਾ ਦੇ ਵਿੱਚ ਨਹੀਂ ਗੁੰਦੇ ਜਾਂਦੇ, ਉਹ ਦੂਜੇ ਪਾਸੇ ਜਾਂਦੇ, ਤੇ ਇਹਦੇ 'ਚ ਦੇਖਣਾ ਪੈਣਾ ਸਾਨੂੰ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਨਾ ਪੈਣਾ ਕਿ ਨੁਕਸ ਸਾਡੇ 'ਚ ਵੀ ਸੀ। ਲੇਕਿਨ ਜਿਵੇਂ ਕਿ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਇਹ ਮਾਮਲਾ ਜਿਹੜਾ ਹੈਗਾ ਇਹ ਮਾਝੇ 'ਚ ਹੈ ਨਹੀਂ, ਦੁਆਬੇ 'ਚ ਹੈ ਨਹੀਂ, ਜੀ ਸੌਰੀ ਦੁਆਬੇ 'ਚ ਹੈ ਨਹੀਂ ਤੇ ਮਾਲਵੇ 'ਚ ਹੈ ਨਹੀਂ, ਮਾਝੇ ਦੇ ਵਿੱਚ ਹੀ ਕਿਉਂ ਹੁੰਦਾ ਹੈ? ਇਹ ਬਾਰਡਰ ਇਲਾਕਾ ਹੈ। ਬਾਰਡਰ ਦੇ ਇਲਾਕੇ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ। ਸ਼ਾਇਦ ਅੱਜ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਮੀਟਿੰਗ ਵੀ ਹੋਈ ਹੈ। ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਕੁਝ ਹੋਰ ਲੋਕ ਵੀ ਉਹਨਾਂ ਦੇ ਨਾਲ ਸੀਗੇ, ਸਿੱਖ ਭਾਈਚਾਰੇ ਵੱਲੋਂ ਪਾਸਿਓਂ ਤੇ ਦੂਜੇ ਪਾਸਿਓਂ ਈਸਾਈ ਭਾਈਚਾਰੇ ਵੱਲੋਂ ਵੀ ਉਹਨਾਂ ਦੇ ਕੋਈ ਵੱਡੇ ਆਏ ਸੀਗੇ, ਵੱਡੇ ਚੌਧਰੀ ਕਹਿ ਲਓ, ਲੀਡਰ ਕਹਿ ਲਓ, ਉਹਨਾਂ ਦੇ ਕੋਈ ਜੋ ਵੀ ਹੈ, ਆਪਾਂ ਨੂੰ ਇਹ ਨਹੀਂ ਪਤਾ ਸਾਈਆਂ ਦੇ ਵੀ ਕੀ ਹੁੰਦੇ ਪਾਦਰੀ, ਉਹਨਾਂ ਦੇ ਪਾਸਟਰਸ ਕੀ ਹੁੰਦੇ, ਪਾਸਟਰਸ ਕੀ ਉਹਨਾਂ ਦੇ ਅਹੁਦੇ ਕੀ ਹੈ। ਲੇਕਿਨ ਵੱਡੇ ਬੰਦੇ ਆਏ ਉੱਥੇ ਆ ਕੇ ਕਹਿੰਦੇ ਵੀ ਇਹ ਗੱਲਾਂ ਖੁੱਲ ਕੇ ਇੱਕ ਦੂਜੇ ਨਾਲ ਗੱਲ ਕੀਤੀਆਂ, ਤੇ ਵਿੱਚੋਂ ਇਹ ਗੱਲ ਵੀ ਉੱਭਰ ਕੇ ਆਈ ਹੈ ਕਿ ਜਿਹੜੇ ਇਹ ਲਾਲਚ ਦੇ ਕੇ ਲੋਕਾਂ ਦਾ ਧਰਮ ਤਬਦੀਲ ਕਰਾਉਣ ਵਾਲੇ ਪਾਸੇ ਨੂੰ ਤੁਰੇ ਹੋਏ ਹੈ, ਇਹ ਅਸਲ ਦੇ ਵਿੱਚ ਜਿਹੜੇ ਹੈਗੇ ਆ ਇਹ ਅਸਲੀ ਪਾਦਰੀ ਨਹੀਂ, ਅਸਲੀ ਈਸਾਈ ਨਹੀਂ ਜੀ। ਇਹ ਜਿਹੜੇ ਹੈਗੇ ਇਹ ਨਕਲੀ ਈਸਾਈ ਹੈ। ਇਹ ਜਿਹੜੇ ਈਸਾਈਆਂ ਦੇ ਪ੍ਰਤੀਨਿਧਾਂ ਨੇ ਅੱਜ ਕਿਹਾ ਕਿ ਇਹ ਨਕਲੀ ਈਸਾਈ ਹੈ ਤੇ ਬਾਈਬਲ ਇਹਦੀ ਇਜਾਜ਼ਤ ਨਹੀਂ ਦਿੰਦੀ। ਜੀ ਜੀ, ਨਾ ਤਾਂ ਬਾਈਬਲ ਇਜਾਜ਼ਤ ਦਿੰਦੀ ਹੈ, ਨਾ ਗੁਰੂ ਗ੍ਰੰਥ ਸਾਹਿਬ ਇਜਾਜ਼ਤ ਦਿੰਦਾ ਹੈ, ਤੇ ਨਾ ਹੀ ਮੇਰਾ ਖਿਆਲ ਹੈ ਜੇ ਆਪਾਂ ਹਿੰਦੂ ਗ੍ਰੰਥਾਂ ਦੀ ਗੱਲ ਕਰੀਏ ਉਹ ਇਸ ਕਿਸਮ ਦੀ ਇਜਾਜ਼ਤ ਦਿੰਦੇ ਕਿ ਤੁਸੀਂ ਇਹ ਗੱਲ ਕਰੋ। ਫਿਰ ਜਿਹੜੇ ਲੋਕ ਕਰਨ ਕਰਾਉਣ ਵਾਲੇ ਹੈ ਕੌਣ? ਅਸਲ ਦੇ ਵਿੱਚ ਇਹ ਵਿਸ਼ੇਸ਼ ਹਿੱਤਾਂ ਤੋਂ ਪ੍ਰੇਰਿਤ ਲੋਕ ਹੈ ਜੀ। ਇਹਨਾਂ ਨੂੰ ਤਿਆਰ ਕੀਤਾ ਜਾਂਦਾ, ਚਾਹੇ ਰਫੜਾ ਸਾਈਆਂ ਨਾਲ ਪਿਆ, ਨਿਹੰਗਾਂ ਦਾ ਤੇ ਸਾਈਆਂ ਦਾ ਪਿਆ, ਤੇ ਇਹੀ ਮਾਮਲਾ ਫਿਰ ਡੇਰਾ ਜਿਹੜਾ ਡੇਰਾ ਬਿਆਸ ਵਾਲਾ ਹੈ, ਬਿਆਸ ਵਾਲੇ ਡੇਰੇ ਦੇ ਪ੍ਰੇਮੀਆਂ ਦੇ ਨਾਲ ਨਿਹੰਗਾਂ ਦਾ ਪਿਆ ਜੀ। ਹੁਣ ਨਿਹੰਗ ਸਿੰਘ ਪਹਿਲਾਂ ਵੀ ਉੱਥੇ ਵਿਚਰਦੇ ਸੀ, ਨਿਹੰਗ ਸਿੰਘ ਪਹਿਲਾਂ ਵੀ ਉੱਥੇ ਕੰਮ ਕਰਦੇ ਸੀ, ਨਿਹੰਗਾ ਸਿੰਘਾਂ ਦੇ ਪਸ਼ੂ ਪਹਿਲਾਂ ਵੀ ਉੱਥੇ ਚਰਾਂਦਾਂ ਦੇ ਵਿੱਚ ਚਰਦੇ ਹੁੰਦੇ ਸੀ। ਕਹਿੰਦੇ ਨਾਲ ਜ਼ਮੀਨ ਵੀ ਉਹਨਾਂ ਦੀ। ਹਾਂ ਬਿਲਕੁਲ, ਚਰਾਂਦਾਂ ਚਰਦੇ ਆ, ਇਹਨਾਂ ਦੀ ਆਪਦੀਆਂ ਚਰਾਂਦਾਂ ਨਿਹੰਗਾਂ ਸਿੰਘਾਂ ਦੀਆਂ, ਆਪਣੇ ਤਰਨਾ ਦਲ ਵਾਲਿਆਂ ਦੀ ਕਹਿੰਦੇ ਉੱਥੇ ਕਾਫੀ ਸਾਰੀ ਜ਼ਮੀਨ ਹੈਗੀ ਜੀ। ਉਸ ਜ਼ਮੀਨ ਦੇ ਵਿੱਚ ਉਹਨਾਂ ਦੇ ਪਸ਼ੂ ਪਹਿਲਾਂ ਵੀ ਚਰਦੇ ਸੀ, ਲੇਕਿਨ ਹੁਣ ਉਹਨਾਂ ਪਸ਼ੂਆਂ ਦੇ ਪਸ਼ੂ ਹੁੰਦੇ ਹੈ। ਹਾਂਜੀ ਹਾਂਜੀ, ਪਸ਼ੂ ਨੂੰ ਇਹ ਮਨੁੱਖ ਦੇ ਲਈ ਹੱਦਾਂ ਬੰਨੇ ਹੈ, ਪਸ਼ੂਆਂ ਤੇ ਪੰਛੀਆਂ ਦੇ ਲਈ ਕੋਈ ਹੱਦਾਂ ਬੰਨੇ ਨਹੀਂ। ਉਹ ਕਿਸੇ ਪਾਸੇ ਵੀ ਆ ਜਾ ਸਕਦੇ। ਜੇ ਪਸ਼ੂ ਥੋੜਾ ਜਿਹਾ ਇੱਧਰ ਉੱਧਰ ਹੋ ਗਏ ਤਾਂ ਫਿਰ ਡੇਰੇ ਵਾਲਿਆਂ ਨੂੰ ਕੀ ਲੋੜ ਪੈ ਗਈ ਕਿ ਉਹ ਵਿਰੋਧ ਕਰਨ। ਚਲੋ ਵਿਰੋਧ ਵੀ ਕੀਤਾ ਜਾਂਦਾ ਹੁੰਦਾ, ਸਮਝਾਇਆ ਜਾਂਦਾ ਹੈ, ਗੱਲੀ ਬਾਤੀ ਗੱਲ ਕਰ ਲਈ ਜਾਂਦੀ ਹੈ, ਜ਼ਬਾਨ ਨਾਲ ਗੱਲ ਕਰ ਲਈ ਜਾਂਦੀ ਹੈ। ਉਹਨਾਂ ਨੂੰ ਜਿਹੜਾ ਹੈਗਾ ਆਪਣੇ ਸ਼ਸਤਰ ਚੱਕਣ ਦੀ ਕੀ ਲੋੜ ਸੀ ਜੀ? ਜੇ ਉਹਨਾਂ ਨੇ ਸ਼ਸਤਰ ਚੱਕੇ ਤੇ ਫਿਰ ਨਿਹੰਗਾਂ ਨੇ ਵੀ ਸ਼ਸਤਰ ਚੱਕੇ। ਦੋਨਾਂ ਤਰ੍ਹਾਂ ਦੇ ਦਰਮਿਆਨ ਜਿਹੜੀ ਹੈ ਝੜਪ ਹੁੰਦੀ ਹੈ। ਕਹਿੰਦੇ ਕਈ ਲੋਕ ਜ਼ਖਮੀ ਹੋ ਗਏ, ਪੁਲਿਸ ਦਾ ਵੀ ਕਹਿੰਦੇ ਕਰਮਚਾਰੀ ਜ਼ਖਮੀ ਹੋਏ। ਬਿਲਕੁਲ ਬਿਲਕੁਲ, ਔਰ ਪੁਲਿਸ ਨੂੰ ਇੱਥੇ ਤਾਕਤ ਦੀ ਵਰਤੋਂ ਵੀ ਕਰਨੀ ਪਈ ਹੈ। ਖੈਰ ਕਿਸੇ ਹੱਦ ਤੱਕ ਆਪਾਂ ਪੁਲਿਸ ਦੀ ਤਾਕਤ ਦੀ ਵਰਤੋਂ ਨੂੰ ਇੱਥੇ ਜਾਇਜ਼ ਵੀ ਕਹਿੰਦੇ ਹੋ। ਜਦੋਂ ਦੋਨੇ ਤਰ੍ਹਾਂ ਆਪਸ ਵਿੱਚ ਲੜਦੀਆਂ, ਬੰਦੇ ਮਰਨ ਤੋਂ ਪਹਿਲਾਂ ਜੇ ਪੁਲਿਸ ਵਾਲਿਆਂ ਨੇ 4 ਗੋਲੀਆਂ ਚਲਾਤੀਆਂ, ਜੇ ਕਿਸੇ ਤੇ ਡੰਡਾ ਚਾਰਜ ਕਰਤਾ, ਲਾਠੀ ਚਾਰਜ ਕਰਤਾ, ਤਾਂ ਕੋਈ ਗੁਨਾਹ ਨਹੀਂ ਹੈ। ਗੁਨਾਹ ਨਹੀਂ ਹੈ, ਉਹਨਾਂ ਦੀ ਡਿਊਟੀ ਔਰ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਹੈ। ਪਰ ਇੱਕ ਬਹੁਤ ਵਧੀਆ ਗੱਲ ਹੋਈ ਹੈ ਕਿ ਜਦੋਂ ਇਸ ਗੱਲ ਦਾ ਪਤਾ ਲੱਗਿਆ, ਇਮੀਡੀਏਟ ਜੀ ਡੀਜੀਪੀ ਗੌਰਵ ਯਾਦਵ ਜਿਹੜੇ ਨਵੇਂ ਉਹਨਾਂ ਨੇ ਏਡੀਜੀਪੀ ਲਾਅ ਐਂਡ ਆਰਡਰ ਲਾਏ ਹੈ, ਮਿਸਟਰ ਸ਼ੁਕਲਾ ਜੀ, ਇਹ ਦੋਨੇ ਮੌਕੇ ਤੇ ਉਹ ਦੋਨੇ ਮੌਕੇ ਤੇ ਪਹੁੰਚਦੇ, ਜਾ ਕੇ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨਾਲ,
ਗੱਲਬਾਤ ਕਰਕੇ ਦੋਨਾਂ ਧਿਰਾਂ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਅਸਲ ਦੇ ਵਿੱਚ ਲੜਾਈ ਜਿਹੜੀ ਆ ਬਹਾਨਾ ਪਸ਼ੂਆਂ ਦਾ, ਲੜਾਈ ਜ਼ਮੀਨ ਦੀ ਹੈ, ਜ਼ਮੀਨ ਦੀ ਅਸਲ 'ਚ। ਔਰ ਦਾਨੇੜੀਆ ਸਾਹਿਬ ਤੁਹਾਨੂੰ ਯਾਦ ਹੋਣਾ ਇੱਥੇ ਬੜੇ ਲੰਬੇ ਸਮੇਂ ਤੋਂ ਵਿਵਾਦ ਇਹ ਵੀ ਉੱਠਦਾ ਰਿਹਾ ਕਿ ਉਹ ਜਿਹੜੀ ਜ਼ਮੀਨ ਹੈ ਬਿਆਸ ਦਰਿਆ ਦੀ, ਜੀ ਬਿਆਸ ਦਰਿਆ ਦੀ ਜ਼ਮੀਨ ਕਬਜ਼ਾਈ ਜਾ ਰਹੀ ਹੈ। ਇਹ ਸਿੱਖ ਧਿਰਾਂ ਵੱਲੋਂ ਵੀ, ਕੁਝ ਪੇਂਡੂਆਂ ਵੱਲੋਂ ਵੀ ਇਲਜ਼ਾਮ ਲੱਗਦੇ ਰਹੇ ਆ ਡੇਰੇ ਵਾਲਿਆਂ ਤੇ ਕਿ ਡੇਰਾ ਰਾਧਾ ਸਵਾਮੀ ਵਾਲੇ ਇਸ ਤਰ੍ਹਾਂ ਕਰੀ ਜਾਂਦੇ। ਇੱਕ ਪਿੰਡ ਦੀ ਤਾਂ ਸਥਿਤੀ ਇੱਥੋਂ ਤੱਕ ਖਰਾਬ ਹੋ ਗਈ ਸੀ ਕਿ ਗੁਰਦੁਆਰਾ ਸਾਹਿਬ ਹੀ ਜਿਹੜਾ ਇਹਨਾਂ ਨੇ ਕਵਰ ਕਰ ਲਿਆ ਸੀ ਤੇ ਬਾਅਦ ਦੇ ਵਿੱਚ ਕਾਫੀ ਤਣਾਅ ਵੱਧ ਗਿਆ ਸੀ। ਪੁਲ ਦੇ ਥੱਲੇ ਬੜੀ ਦੇਰ ਲੱਗਿਆ ਰਿਹਾ ਧਰਨਾ ਲੱਗਿਆ ਰਿਹਾ, ਪੁਲ ਦੇ ਥੱਲੇ ਬਲਦੇਵ ਸਿੰਘ ਸਿਰਸਾ ਹੁਣੀ ਬੈਠੇ ਸੀ। ਫਿਰ ਇੱਕ ਸਟੇਜ ਆਈ ਕਿ ਇਹਨਾਂ ਦਾ ਕੰਪਰੋਮਾਈਜ਼ ਕਰਵਾਤਾ ਜਾਵੇ, ਤੇ ਕੰਪਰੋਮਾਈਜ਼ ਹੋਇਆ ਵੀ ਅੰਦਰ ਖਾਤੇ। ਡੇਰਾ ਮੁਖੀ ਜਿਹੜੇ ਹੈਗੇ ਆ ਜੀ ਉਹ ਦਰਬਾਰ ਸਾਹਿਬ ਵੀ ਜਾਂਦੇ ਆ, ਮੱਥਾ ਟੇਕਦੇ ਆ। ਡੇਰਾ ਮੁਖੀ ਦੀ ਮੁਲਾਕਾਤ ਆਪਣੇ ਸੰਤ ਬਲਜੀਤ ਸਿੰਘ ਦਾਦੂਵਾਲ ਨਾਲ ਵੀ ਹੋਈ, ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਵੀ ਹੁੰਦੀ ਹੈ, ਔਰ ਉਹਨੂੰ ਫਿਰ ਉਹ ਮਾਮਲੇ ਨੂੰ ਉੱਥੇ ਸ਼ਾਂਤ ਕਰਵਾ ਲਿਆ ਗਿਆ ਸੀ। ਅਸਲ ਦੇ ਵਿੱਚ ਫਿਰ ਜੇ ਆਪਾਂ ਦੇਖੀਏ ਤੇ ਪੁਆੜੇ ਦੀ ਜੜ ਪ੍ਰਾਪਰਟੀ ਹੈ, ਜਾਇਦਾਦ ਹੈ। ਜਦੋਂ ਡੇਰਾਧਾਰੀ ਲੋਕ ਵੀ, ਨਿਹੰਗ ਸਿੰਘ ਵੀ ਪ੍ਰਾਪਰਟੀਆਂ ਵਾਲੇ ਪਾਸੇ ਨੂੰ ਪੈ ਜਾਣ, ਫਿਰ ਤਾਂ ਗੱਲ ਗੜਬੜ ਵਿਗਦੀ ਹੈ। ਤੇ ਨਾਲ ਫਿਰ ਸਾਨੂੰ ਇਹ ਦੇਖਣਾ ਪੈਂਦਾ ਕਿ ਇਲੈਕਸ਼ਨਾਂ ਤੋਂ ਪਹਿਲਾਂ 2024 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਨੂੰ ਫਿਰ ਇੱਕ ਪ੍ਰਯੋਗਸ਼ਾਲਾ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਇੱਥੇ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਗੜਬੜ ਪੈਦਾ ਕਰਕੇ ਇੱਕ ਭਾਈਚਾਰੇ ਦੇ ਵਿੱਚ ਡਰ ਤੇ ਦਹਿਸ਼ਤ ਪੈਦਾ ਕੀਤੀ ਜਾਵੇ। ਡਰ ਤੇ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਇੱਕ ਵਿਸ਼ੇਸ਼ ਧਿਰ ਦੇ ਹੱਕ ਵਿੱਚ ਭੁਗਤਣ ਦੇ ਲਈ। ਸੋ ਮੇਰੇ ਖਿਆਲ ਮੁਤਾਬਕ ਕਿ ਇਹਦੇ ਵਿੱਚ ਵੀ ਰਾਜਨੀਤੀ ਹੈ, ਇੱਕ ਰਣਨੀਤੀ ਦੇ ਤਹਿਤ ਰਾਜਨੀਤਿਕ ਗੋਲ ਜਿਹੜਾ ਉਹ ਹਾਸਲ ਕਰਨ ਦੇ ਯਤਨ ਜੀ। ਤੁਸੀਂ ਗੱਲ ਕੀਤੀ ਜੀ ਗੌਰਵ ਯਾਦਵ ਹੋਰਾਂ ਦੀ, ਬੀਕੇ ਭਾਵਰਾ ਜੀ ਵਾਪਸ ਆ ਗਏ ਨੇ ਤੇ ਅਸਲ ਦੇ ਵਿੱਚ ਡੀਜੀਪੀ ਤਾਂ ਉਹੀ ਸੀਗੇ, ਤੇ ਹੁਣ ਕੀ ਬਣੂ? ਦੇਖੋ, ਜਿੱਥੋਂ ਤੱਕ ਡੀਜੀਪੀ ਦਾ ਸਵਾਲ ਹੈ, ਪਹਿਲਾ ਡੀਜੀਪੀ ਹੁੰਦੇ ਸੀ ਦਿਨਕਰ ਗੁਪਤਾ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ ਤੇ ਰੌਲਾ ਦਿਨਕਰ ਗੁਪਤੇ ਵੇਲੇ ਵੀ ਪਿਆ ਸੀ ਜੀ, ਕਿਉਂਕਿ ਲੰਬਾ ਸਮਾਂ ਤੁਸੀਂ ਦੇਖਿਆ ਹੋਣਾ ਹੈ ਆਪਣੇ ਮਿਸਟਰ ਜਿਹੜੇ ਸੁਰੇਸ਼ ਅਰੋੜਾ ਸੀ ਪਹਿਲੇ ਡੀਜੀਪੀ ਜੀ, ਅੱਜ ਕੱਲ੍ਹ ਉਹ ਮੁੱਖ ਸੂਚਨਾ ਆਫਿਸਰ ਹੈ ਜੀ, ਮੁੱਖ ਸੂਚਨਾ ਅਧਿਕਾਰੀ ਹੈ, ਇਨਫੋਰਮੇਸ਼ਨ ਅਫਸਰ ਹੈ। ਉਹ ਡੀਜੀਪੀ ਹੁੰਦੇ ਸੀ ਤੇ ਉਹਨਾਂ ਦੀ ਮਿਆਦ ਪੁੱਗ ਗਈ ਸੀ। ਲਗਾਤਾਰ ਫਿਰ ਉਹਨਾਂ ਨੂੰ 2-3 ਵਾਰੀ ਜਿਹੜੀ ਹੈਗੀ ਹੈ ਐਕਸਟੈਂਸ਼ਨ ਦਿੱਤੀ ਗਈ ਜੀ। ਉਸ ਐਕਸਟੈਂਸ਼ਨ ਦੇਣ ਦਾ ਵੱਡਾ ਕਾਰਨ ਵੀ ਇਹ ਸੀ ਕਿ ਮਨ ਮਾਫਕ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਬੰਦਾ ਆਪਣੀ ਡੀਜੀਪੀ ਦੀ ਜਿਹੜੀ ਉਹਦੀਆਂ ਸ਼ਰਤਾਂ ਹੈ ਉਹ ਪੂਰੀਆਂ ਕਰ ਲਵੇ। ਕੋਈ ਸਰਵਿਸ ਦਾ ਸਿਲਸਿਲਾ ਹੋਣਾ ਹੈ ਜਾਂ ਕੋਈ ਹੋਣਾ ਕਿ ਇਹ ਅਦਾਰੇ ਦੇ ਵਿੱਚ ਇੰਨੀ ਸਰਵਿਸ ਕਰਨੀ ਜ਼ਰੂਰੀ ਹੈ ਤੇ ਇੰਨੀ ਕਰਨੀ ਜ਼ਰੂਰੀ ਹੈ। ਤਾਂ ਜਦੋਂ ਦਿਨਕਰ ਗੁਪਤਾ ਹੋਰੀ ਇਹਦੇ ਕਾਬਲ ਹੋ ਗਏ ਤੇ ਉਸ ਵੇਲੇ ਪੰਜਾਬ ਸਰਕਾਰ ਨੇ ਫਿਰ ਆਪਣੀ ਜਿਹੜੀ ਹੈਗੀ ਹੈ ਰਿਕੁਆਇਰਮੈਂਟ ਭੇਜ ਦਿੱਤੀ ਸੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜੀ। ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ ਮਿਸਟਰ ਪ੍ਰਕਾਸ਼ ਸਿੰਘ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਦੇਸ਼ ਦੀ ਸੁਪਰੀਮ ਕੋਰਟ 'ਚ ਕਿ ਪੁਲਿਸ ਨੂੰ ਸਿਆਸੀ ਜਿਹੜੇ ਕਬਜ਼ ਹੈ, ਉਹ ਤੋਂ ਸਿਆਸੀ ਜਿਹੜਾ ਕਲੱਚ ਹੈ, ਜਿਹੜੀ ਉਹਦੀ ਜਕੜਾ ਸਿਆਸੀ ਜਕੜ ਤੋਂ ਮਜ਼ਬੂਤ ਕਰਵਾਇਆ ਜਾਵੇ। ਪੁਲਿਸ ਵਾਲੇ ਕਿਸੇ ਹਾਕਮ ਧਿਰ ਦੀ ਜਿਹੜੀ ਹੈ ਕੱਠ ਪੁਤਲੀ ਬਣ ਕੇ ਨਾ ਕੰਮ ਕਰਨ ਜੀ, ਉਹ ਆਜ਼ਾਦ ਤਰੀਕੇ ਨਾਲ ਕੰਮ ਕਰਨ। ਇਹਦੇ ਵਾਸਤੇ ਜਿਹੜਾ ਹੈਗਾ ਪ੍ਰਕਾਸ਼ ਸਿੰਘ ਹੋਰਾਂ ਨੇ ਟੈਨਿਓਰ ਫਿਕਸ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜੀ। ਪ੍ਰਕਾਸ਼ ਸਿੰਘ ਬਾਦਲ ਨੇ, ਪ੍ਰਕਾਸ਼ ਸਿੰਘ ਸਾਬਕਾ ਡੀਜੀਪੀ ਹੁੰਦੇ ਸੀ ਉੱਤਰ ਪ੍ਰਦੇਸ਼ ਦੇ। ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਇਹ ਜੀ ਪਟੀਸ਼ਨ ਕੀਤੀ, ਉਹਨਾਂ ਨੇ ਤਾਂ ਪਟੀਸ਼ਨਾਂ ਜਿਹੜੀਆਂ ਕਰਨੀਆਂ ਬਣਦੀਆਂ ਸੀ ਪੰਜਾਬ ਦੇ ਪਾਣੀਆਂ ਵਗੈਰਾ ਤੇ ਉਹ ਵੀ ਨਹੀਂ ਕੀਤੀਆਂ। ਬੰਦੀ ਸਿੰਘਾਂ ਦੇ ਮੁੱਦੇ ਤੇ ਪਟੀਸ਼ਨ ਕਰਨੀ ਬਣਦੀ ਸੀ ਉਹ ਵੀ ਨਹੀਂ ਕੀਤੀ। ਉੱਥੇ ਵੀ ਜਿਹੜੀ ਆਪਾਂ ਕਵਾਂਗੇ ਰਹਿਮ ਦੀ ਅਪੀਲ ਹੀ ਕੀਤੀ ਹੋਈ ਹੈ ਆਪਣੇ ਰਾਜਵਾੜਾ ਸਾਹਿਬ ਵਾਲੇ ਬੀਬੀ ਉਸ ਵੇਲੇ ਦੀ ਜਿਹੜੀ ਪ੍ਰੈਜ਼ੀਡੈਂਟ ਸੀ ਪ੍ਰਤਿਭਾ ਪਾਟਿਲ ਨੂੰ। ਇਹ ਪ੍ਰਕਾਸ਼ ਸਿੰਘ ਬਾਦਲ ਡੀਜੀਪੀ ਹੁੰਦੇ ਸੀ ਉੱਤਰ ਪ੍ਰਦੇਸ਼ ਦੇ, ਬੜੇ ਸਿਆਣੇ ਡੀਜੀਪੀ। ਉਹਨਾਂ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਉਸ ਪਟੀਸ਼ਨ ਦੇ ਉੱਤੇ ਫਿਰ ਮਾਣਯੋਗ ਸੁਪਰੀਮ ਕੋਰਟ ਨੇ ਫੈਸਲਾ ਕਰ ਦਿੱਤਾ ਸੀ ਕਿ UPSC ਵੱਲੋਂ ਇੱਕ ਪੈਨਲ ਜਿਹੜਾ ਤਿਆਰ ਕੀਤਾ ਜਾਊਗਾ। ਉਸ ਪੈਨਲ ਦੇ ਵਿੱਚੋਂ ਕਿਸੇ ਇੱਕ ਅਧਿਕਾਰੀ ਨੂੰ ਸਟੇਟ ਗਵਰਨਮੈਂਟ ਆਪਣਾ ਚੀਫ ਪੁਲਿਸ ਦਾ ਚੀਫ ਸਟੇਟ ਦਾ ਨਿਯੁਕਤ ਕਰ ਸਕਦੀ ਹੈ, ਜਿਹਨੂੰ ਆਪਾਂ DGP ਕਹਿ ਸਕਦੇ ਜੀ। ਤਾਂ ਉਹ ਜਿਹੜੀਆਂ ਉਹਨਾਂ ਨੇ ਸ਼ਰਤਾਂ ਲਾਈਆਂ ਸੀ, ਉਹਨਾਂ ਸ਼ਰਤਾਂ ਦੇ ਵਿੱਚ ਉਹਨਾਂ ਨੇ ਕਈ ਕੁਛ ਦੱਸਿਆ ਸੀਗਾ ਕਿ ਬੰਦੇ ਦੀ ਇੰਨੀ ਸਰਵਿਸ ਹੋਵੇ, ਉਹਦਾ ਰਿਕਾਰਡ ਸਾਫ਼ ਹੋਵੇ, ਉਹਨੇ ਇਹਨਾਂ ਜਿਹੜੀਆਂ ਬ੍ਰਾਂਚਾਂ ਦੇ ਵਿੱਚ ਕੰਮ ਕੀਤਾ ਹੋਵੇ ਜੀ। ਤਾਂ ਉਹਦੇ ਤੇ ਫਿਰ ਜਿਹੜੀ ਆ ਗਈ ਤੇ ਉਹਨਾਂ ਨੇ ਫਿਕਸ ਕਰਤੀ ਸੀ ਕਿ ਘੱਟੋ ਘੱਟ DGP ਦੀ ਟੈਨਿਓਰ ਹੈ ਜਿਹੜੀ ਉਹ 2 ਸਾਲ ਦੀ ਹੋਊਗੀ। ਦਿਨਕਰ ਗੁਪਤਾ ਨੂੰ 2 ਸਾਲ ਮਿਲ ਗਏ ਸੀ, ਲੇਕਿਨ ਦਿਨਕਰ ਗੁਪਤਾ ਦੇ ਨਾਲ ਦੇ ਜਿਹੜੇ ਅਫਸਰ ਹੋਰ ਸੀ ਉਹ ਕਹਿੰਦੇ ਹੱਕ ਸਾਡਾ ਬਣਦਾ ਸੀ, ਜਿਹਦੇ 'ਚ S ਚਟੋਪਾਧਿਆਏ ਵੀ ਸੀ ਔਰ ਮੁਸਤਫਾ ਸਾਹਿਬ ਵੀ ਸੀ। ਇਹਨਾਂ ਨੇ ਪਹਿਲਾਂ ਟ੍ਰਿਬਿਊਨਲ ਦੇ ਵਿੱਚ ਜਿਹੜਾ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਉਹਦੇ 'ਚ, ਔਰ ਫਿਰ ਇਹ ਜਿਹੜੇ ਹੈਗੇ ਹਾਈ ਕੋਰਟ ਸੁਪਰੀਮ ਕੋਰਟ ਵੀ ਗਏ ਸੀ। ਲੇਕਿਨ ਜਦੋਂ ਤੱਕ ਉਹਨਾਂ ਦੇ ਕੇਸ ਖਾਰਜ ਹੋਏ ਔਰ ਮਿਸਟਰ
ਦਿਨਕਰ ਗੁਪਤਾ ਨੂੰ ਕਲੀਨ ਚਿੱਟ ਮਿਲੀ ਵੀ ਇਹਦੀ ਜਿਹੜੀ ਨਿਯੁਕਤੀ ਠੀਕ ਹੈ, ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਦੋਂ ਸਮਝ ਲਓ ਵੀ ਆਖਰੀ ਸਾਹਾਂ ਤੇ ਸੀ ਜਾਂ ਖਤਮ ਹੋ ਗਈ ਸੀ, ਤੇ ਸਰਕਾਰ ਬਣ ਗਈ ਚੰਨੀ ਸਾਹਿਬ ਦੀ। ਚੰਨੀ ਸਾਹਿਬ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਡੀਜੀਪੀ ਨੂੰ ਕਹਿਤਾ ਜੀ ਤੁਹਾਡੀ ਕੋਈ ਲੋੜ ਨਹੀਂ, ਦਿਨਕਰ ਗੁਪਤਾ ਹੋਰੀ ਛੁੱਟੀ ਤੇ ਚਲੇ ਗਏ। ਨਾਲ ਹੀ ਉਹਨਾਂ ਨੇ ਆਪਣਾ ਡੈਪੂਟੇਸ਼ਨ ਅਪਲਾਈ ਕਰ ਦਿੱਤਾ, ਕੇਂਦਰ ਨੇ ਡੈਪੂਟੇਸ਼ਨ 'ਚ ਉਹਨਾਂ ਨੂੰ ਲੈ ਲਿਆ, ਤੇ ਇਸ ਵੇਲੇ ਉਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਜਿਹੜੇ ਹੈਗੇ ਉਹ ਡਾਇਰੈਕਟਰ ਜਨਰਲ ਹੈ। ਮੇਰਾ ਖਿਆਲ ਹੈ ਵੀ ਇਹ ਦੇਸ਼ ਦੀ ਸਭ ਤੋਂ ਤਕੜੀ ਇਨਵੈਸਟੀਗੇਸ਼ਨ ਏਜੰਸੀ ਹੈ, ਸਭ ਤੋਂ ਮਹੱਤਵਪੂਰਨ ਇਨਵੈਸਟੀਗੇਸ਼ਨ ਏਜੰਸੀ ਹੈ, ਤਾਂ ਉੱਥੇ ਚਲੇ ਗਏ। ਇੱਥੇ ਪਹਿਲਾਂ ਲਾ ਦਿੱਤਾ ਸੀਗਾ ਜੀ ਸੋਹਤਾ ਸਾਹਿਬ ਨੂੰ। ਸੋਹਤਾ ਸਾਹਿਬ ਦੇ ਉੱਤੇ ਇਤਰਾਜ਼ ਕੀਤਾ ਸਿੱਧੂ ਸਾਹਿਬ ਨੇ, ਨਵਜੋਤ ਸਿੰਘ ਸਿੱਧੂ ਨੇ, ਜੀ ਤਾਂ ਬੰਦਾ ਬੜਾ ਮਾੜਾ ਹੈ, ਠੀਕ ਨਹੀਂ ਗਾ, ਸਾਡੀ ਪਾਲਿਸੀ ਦੇ ਮੁਤਾਬਕ ਨਹੀਂ ਚੱਲਣ ਵਾਲਾ, ਇਹਨੂੰ ਹਟਾਓ। ਤੇ ਫਿਰ ਐਸ ਚਟੋਪਾਧਿਆ ਨੂੰ ਲਾਤਾ ਸੀ। ਐਸ ਚਟੋਪਾਧਿਆ ਦੇ ਉੱਤੇ ਵੀ ਫਿਰ ਤੁਹਾਨੂੰ ਪਤਾ ਕਿੰਤੂ ਪਰੰਤੂ ਹੋਣੇ ਸ਼ੁਰੂ ਹੋ ਗਏ। ਫਿਰ ਜਿਹੜਾ ਪੈਨਲ ਭੇਜਿਆ ਗਿਆ ਸੀ ਸੁਪਰੀਮ ਆਪਣੇ UPSC ਨੂੰ, ਉਸ UPSC ਨੇ ਉਹ ਪੈਨਲ ਜਿਹੜਾ ਸ਼ਾਰਟ ਲਿਸਟ ਕਰਕੇ ਭੇਜਿਆ, ਤੇ ਉਹਦੇ ਵਿੱਚੋਂ ਸਭ ਤੋਂ ਸੀਨੀਅਰ ਜਿਹੜੇ ਸੀਗੇ ਉਹ ਮਿਸਟਰ ਬਰੇਸ਼ ਭਾਵਰਾ ਸੀ। ਤੇ ਬਰੇਸ਼ ਭਾਵਰਾ ਦਾ ਜਦੋਂ ਨਾਂ ਆ ਗਿਆ, ਜਿੱਦਣ ਕੋਡ ਆਫ ਕੰਡਕਟ ਲੱਗਦਾ ਹੈ 2022 ਦੀਆਂ ਚੋਣਾਂ ਵਾਸਤੇ, ਉਸ ਦਿਨ ਉਹਨਾਂ ਦਾ ਨਾਂ ਕਲੀਅਰ ਕਰ ਦਿੱਤਾ ਸੀ ਚੰਨੀ ਸਰਕਾਰ ਨੇ ਕਿ ਜੀ ਇਹਨਾਂ ਨੂੰ DGP ਲਾ ਦਿਓ। ਸੋ ਆਪਾਂ ਭਾਵਰਾ ਸਾਹਿਬ ਦੇ ਉੱਤੇ ਇਲਜ਼ਾਮ ਨਹੀਂ ਲਾ ਸਕਦੇ, ਜਾਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਜੀ ਉਹ ਸਿਆਸੀ ਤੌਰ ਤੇ ਕਿਸੇ ਦੇ ਨੇੜੇ ਹੈ ਤੇ ਕਿਸੇ ਤੋਂ ਦੂਰ ਹੈ, ਕਿਉਂਕਿ ਪ੍ਰੋਫੈਸ਼ਨਲ ਹੈ। ਤੇ ਜਾਂਦੀ ਹੋਈ ਸਰਕਾਰ ਜਦੋਂ ਉਹਨਾਂ ਨੂੰ ਪਤਾ ਵੀ ਹੁਣ ਤਾਂ ਸਾਡੇ ਕੋਲੇ ਦਿਨ ਇੱਕੋ ਹੀ ਰਹਿ ਗਿਆ, ਉਸ ਸਰਕਾਰ ਨੇ ਜੇ ਉਹਨਾਂ ਦਾ ਨਾਂ ਕਲੀਅਰ ਕਰਤਾ ਤਾਂ ਉਹ ਠੀਕ ਸੀ। ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਸਰਕਾਰ ਗੈਰ ਤਜਰਬੇਕਾਰ ਸੀ, ਔਰ ਗੈਰ ਤਜਰਬੇਕਾਰ ਦੇ ਨਾਲ ਸਰਕਾਰ ਦੇ ਵਿੱਚ ਜਿਹੜੀ ਹੈ ਇਹ ਵੀ ਕਾਫੀ ਇੱਛਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਆਪਾਂ ਆਪਣੀ ਬੱਲੇ ਬੱਲੇ ਕਰਵਾਈਏ। ਤੇ ਬੱਲੇ ਬੱਲੇ ਕਰਵਾਉਣ ਵਾਸਤੇ ਤੁਹਾਨੂੰ ਪਤਾ ਵੀ ਸਿਕਿਉਰਿਟੀ ਲੀਕ ਵੀ ਹੋਈ, ਬੜਾ ਕੁਝ ਉਹਦੇ ਚ ਮਾਮਲੇ ਚ ਹੋਇਆ। ਲਾ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਥੋੜੀ ਜਿਹੀ ਗੜਬੜ ਹੋ ਗਈ। ਕੁਝ ਪੁਲਿਸ ਅਫਸਰ ਪੁਰਾਣੇ ਉਹ ਲਾਤੇ ਜਿਹੜੇ ਕਾਬਲ ਨਹੀਂ ਸੀ, ਜਿਵੇਂ ਪਟਿਆਲੇ ਵਾਲੀ ਘਟਨਾ ਲਾ ਲਓ ਤੁਸੀਂ। ਪਟਿਆਲੇ ਜਿਹੜੇ ਅਫਸਰ ਨੂੰ ਲਾਇਆ ਸੀ, ਉਹ ਅਫਸਰ ਦੇ ਵਿੱਚ ਕਿੰਨੀ ਕਾਬਲੀਅਤ ਹੈ। ਆਪਾਂ ਬਠਿੰਡੇ ਦੇ ਵਿੱਚ ਵੀ ਦੇਖਿਆ ਉਹਨੂੰ, ਰਹੇ ਨੂੰ ਹੋਰਾਂ ਥਾਵਾਂ ਤੇ ਵੀ ਦੇਖਿਆ। ਉੱਥੇ ਮਤਲਬ ਜਦੋਂ ਕੰਟਰੋਲ ਕਰਨ ਦੀ ਲੋੜ ਸੀ ਉਦੋਂ ਕੰਟਰੋਲ ਨਹੀਂ ਕੀਤਾ, ਦੋਨਾਂ ਧਿਰਾਂ ਨੂੰ ਇਕੱਠੇ ਹੋਣ ਦੇ ਦਿੱਤਾ, ਤੇ ਜਦੋਂ ਲੋਕ ਚੱਲ ਪਏ ਤੇ ਉਦੋਂ ਫਿਰ ਖੜ ਕੇ ਪਿਸਤੌਲ ਦੇ ਤੁਸੀਂ ਫਾਇਰਿੰਗ ਵੀ ਕਰਨ ਲੱਗ ਗਏ ਹੋ। ਉਹਦਾ ਕੋਈ ਫਾਇਦਾ ਨਹੀਂ ਗਾ। ਇੱਕ ਤਾਂ ਉਹਦਾ ਬਹੁਤ ਨੁਕਸਾਨ ਹੋਇਆ, ਦੂਜਾ ਨੁਕਸਾਨ ਹੋ ਗਿਆ ਸਿੱਧੂ ਮੂਸੇਵਾਲੇ ਦਾ। ਫਿਰ ਇਮੀਡੀਏਟ ਕਹੇ ਜੀ ਨਹੀਂ ਭਾਵਰਾ ਸਾਹਿਬ ਨੂੰ ਕਹਿੰਦੇ ਤੁਸੀਂ ਜਾਓ ਜੀ। ਕਹਿੰਦੇ ਵੀ ਭਾਵਰਾ ਸਾਹਿਬ ਛੁੱਟੀ ਚਲੇ ਗਏ, ਲੇਕਿਨ ਮੇਰਾ ਮੰਨਣਾ ਇਹ ਹੈ ਕਿ ਛੁੱਟੀ ਗਏ ਨਹੀਂ ਸੀ, ਉਹਨਾਂ ਨੂੰ ਛੁੱਟੀ ਭੇਜਿਆ ਗਿਆ ਸੀ। ਔਰ ਉਹਨਾਂ ਦੀ ਥਾਂ ਦੇ ਉੱਤੇ ਗੌਰਵ ਯਾਦਵ ਸਾਹਿਬ ਨੂੰ ਐਕਟਿੰਗ DG ਲਾਤਾ ਸੀ ਪੰਜਾਬ ਪੁਲਿਸ ਦਾ। ਗੌਰਵ ਯਾਦਵ ਸਾਹਿਬ ਨੇ ਆ ਕੇ ਬੜਾ ਵਧੀਆ ਕੰਮ ਕੀਤਾ। ਉਹ ਟਿਕਦੇ ਨਹੀਂ। ਹੁਣ ਕੱਲ ਵੀ ਤੁਸੀਂ ਦੇਖੋ ਜਿਹੜੀ ਇਹ ਘਟਨਾ ਹੋਈ ਹੈ, ਇਮੀਡੀਏਟ DGP ਮੌਕੇ ਤੇ ਜਾਂਦੇ, ਤੇ DGP ਮੌਕੇ ਤੇ ਜਾਂਦੇ ਤਾਂ ਅਸਰ ਪੈਂਦਾ ਹੈ। ਗੈਂਗਸਟਰਾਂ ਨੂੰ ਵੀ ਕਿਸੇ ਹੱਦ ਤੱਕ ਕਾਬੂ ਕੀਤਾ ਹੈ। ਜਿਹੜਾ ਵਿਜੀਲੈਂਸ ਸੈੱਲ ਆ ਪੰਜਾਬ ਪੁਲਿਸ ਦਾ ਉਹ ਵੀ ਐਕਟਿਵ ਹੋਇਆ ਹੈ। ਫੜਾਫੜੀ ਵੀ ਬੰਦਿਆਂ ਦੀ ਸ਼ੁਰੂ ਹੋਈ ਹੈ। ਸਾਰਾ ਕੁਝ ਕਰਕੇ ਮਤਲਬ ਜਿਹੜੀ ਪਹਿਲਾਂ ਥੋੜੀ ਜਿਹੀ ਲਾ ਐਂਡ ਆਰਡਰ ਦੇ ਮਾਮਲੇ ਦੇ ਉੱਤੇ ਹਾਲਤ ਪਤਲੀ ਸੀ, ਉਹ ਥੋੜੀ ਜਿਹੀ ਜਿਹੜੀ ਹੈ ਇੰਪਰੂਵ ਹੋਣੀ ਸ਼ੁਰੂ ਹੋਈ। ਇਨ ਦੀ ਮੀਨ ਟਾਈਮ ਕੀ ਹੋਇਆ ਕਿ ਭਾਵਰਾ ਸਾਹਿਬ ਦੀ ਜਿਹੜੀ ਛੁੱਟੀ ਸੀ ਉਹ 4 ਤਾਰੀਖ ਤੱਕ ਸੀ। ਅੱਜ 5 ਤਾਰੀਖ, ਅੱਜ ਭਾਵਰਾ ਸਾਹਿਬ ਨੇ ਆਉਣਾ ਸੀ। ਪਤਾ ਇਹ ਲੱਗਿਆ ਦਾਨੇਵਾਲੀਆ ਸਾਹਿਬ, ਜੋ ਅਖਬਾਰਾਂ ਦੇ ਵਿੱਚ ਖਬਰਾਂ ਆਈਆਂ ਕਿ ਭਾਵਰਾ ਸਾਹਿਬ ਨੂੰ ਜੁਆਇਨ ਕਰਨ ਤੋਂ ਰੋਕਣ ਦੇ ਯਤਨ ਕੀਤੇ ਗਏ ਸੀ। ਕਹਿੰਦੇ ਆ ਕਿ ਜਿਹੜੇ ਸਾਡੇ ਐਡੀਸ਼ਨਲ ਚੀਫ ਸੈਕਟਰੀ ਹੋਮ ਦੇ ਇੰਚਾਰਜ ਹੈ ਬਰਮਾ ਸਾਹਿਬ, ਉਹਨਾਂ ਦੇ ਰਾਹੀਂ ਉਹਨਾਂ ਨੇ ਅਪਰੋਚ ਕੀਤਾ, ਸਰਕਾਰ ਦਾ ਸੁਨੇਹਾ ਲੈ ਕੇ ਗਏ ਕਿ ਭਾਵਰਾ ਸਾਹਿਬ ਤੁਸੀਂ ਛੁੱਟੀ ਹੋਰ ਲੈ ਲਓ, ਪਰ ਉਹਨਾਂ ਨੇ ਇਨਕਾਰ ਕਰਤਾ। ਫਿਰ ਭਾਵਰਾ ਸਾਹਿਬ ਦੇ ਆਉਣ ਤੋਂ ਪਹਿਲਾਂ ਇੱਕ ਆਰਡਰ ਕੱਢਤਾ ਕਿ ਜੀ DGP ਜਿਹੜੇ ਹੈਗੇ ਉਹ ਬਤੌਰ DGP ਕੰਮ ਕਰਨਗੇ ਗੌਰਵ ਯਾਦਵ ਸਾਹਿਬ, ਤੇ ਭਾਵਰਾ ਸਾਹਿਬ ਨੂੰ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਜਾਂਦਾ। ਇੱਕ ਹੋਰ ਆ ਮਿਸਟਰ ਚੌਹਾਨ, SS ਚੌਹਾਨ। ਹਾਂ, ਉਸ SS ਚੌਹਾਨ ਵੀ ਸੀਨੀਅਰ ਹੈ ਇਹਨਾਂ ਤੋਂ, ਗੌਰਵ ਯਾਦਵ ਸਾਹਿਬ ਤੋਂ। ਉਹਨਾਂ ਨੂੰ MD ਲਾਤਾ। ਇੱਕ ਕਾਰਪੋਰੇਸ਼ਨ ਜਿਹੜੀ ਬਹੁਤੀ ਮਹੱਤਵਪੂਰਨ ਡਿਫੰਕਟ ਹੀ ਹੈ, ਉਹਦੇ 2 DGP ਹੈ ਜਿਹੜੇ ਉਹ ਲਾ ਦਿੱਤੇ, ਇੱਕ ਚੇਅਰਮੈਨ ਤੇ ਇੱਕ MD। ਇੱਥੋਂ ਹੀ ਪਤਾ ਲੱਗਦਾ ਕਿ ਜਿਹੜੀ ਹੈ ਪੰਜਾਬ ਸਰਕਾਰ ਇਹ ਚਾਹੁੰਦੀ ਹੈ ਕਿ ਮਿਸਟਰ ਗੌਰਵ ਯਾਦਵ ਇੱਥੇ ਰਹਿਣ। ਔਰ ਗੌਰਵ ਯਾਦਵ ਜੇ ਇੱਥੇ ਰਹਿਣਗੇ, ਕਿੰਨੀ ਕੁ ਦੇਰ ਤੱਕ ਰਹਿਣਗੇ, ਰਹਿ ਸਕਦੇ ਕਿ ਨਹੀਂ ਰਹਿ ਸਕਦੇ। ਭਾਵਰਾ ਸਾਹਿਬ ਨੇ ਜੁਆਇਨ ਕੀਤਾ ਨਹੀਂ ਕੀਤਾ ਆਪਾਂ ਨੂੰ ਇਸ ਗੱਲ ਦਾ ਪਤਾ ਨਹੀਂ, ਲੇਕਿਨ ਅੰਗਰੇਜ਼ੀ ਅਖਬਾਰ ਦੀ ਇਹ ਰਿਪੋਰਟ ਹੈ ਕਿ ਭਾਵਰਾ ਸਾਹਿਬ ਨੂੰ ਲਾਂਭੇ ਕਰਨ ਵਾਸਤੇ ਕਹਿੰਦੇ ਆ ਜੀ ਉਹਨਾਂ ਨੂੰ ਇੱਕ ਨੋਟਿਸ ਵੀ ਜਾਰੀ ਕੀਤਾ ਸੀ। ਅੱਛਾ, ਕਿ ਤੁਹਾਡੀ ਜਿਹੜੀ ਹੈਗੀ ਕਾਰਗੁਜ਼ਾਰੀ ਠੀਕ ਨਹੀਂ, ਤੇ ਉਹਦੇ ਕਾਰਨ 3 ਬਣਾਏ ਗਏ। ਇੱਕ ਕਾਰਨ ਉਹਦਾ ਇਹ ਬਣਾਇਆ ਗਿਆ ਕਿ ਜੀ ਪਟਿਆਲੇ ਜਿਹੜੀ ਹਿੰਸਾ ਹੋਈ ਹੈ ਉਹ ਤੇ ਕਾਬੂ ਵਕਤ ਸਿਰ ਨਹੀਂ ਪਾਇਆ ਗਿਆ, ਜਾਂ ਉਸ ਹਿੰਸਾ ਨੂੰ ਹੁਣ ਵਾਪਰਨ ਨੂੰ ਰੋਕਿਆ ਨਹੀਂ ਗਿਆ। ਦੂਜੀ ਇਹ ਪਾਈ ਕਿ ਜਿਹੜਾ ਇੰਟੈਲੀਜੈਂਸ ਦਾ ਹੈੱਡਕੁਆਟਰ ਹੈ ਮੋਹਾਲੀ ਦੇ ਵਿੱਚ, ਉਹਦੇ ਤੇ ਹਮਲਾ ਹੋਇਆ, ਉਹਨਾਂ ਬੰਦਿਆਂ ਨੂੰ ਪ੍ਰੋਪਰ ਜਿਹੜਾ ਹੈਗਾ ਆਇਡੈਂਟੀਫਾਈ ਨਹੀਂ ਕਰਕੇ ਤੁਸੀਂ ਇਨ ਟਾਈਮ ਨਹੀਂ ਉਹਨਾਂ ਨੂੰ ਕਾਬੂ ਕਰ ਸਕੇ।
ਤੀਜਾ ਜਿਹੜਾ ਹੈਗਾ ਉਹ ਹੈ ਕਿ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਜੀ, ਇਹਦੇ ਵਿੱਚ ਉਹਨਾਂ ਦੀ ਇੱਕ ਸਟੇਟਮੈਂਟ ਵੀ ਆ ਗਈ ਸੀ। ਆਪਾਂ ਵੀ ਉਸ ਸਟੇਟਮੈਂਟ ਦੇ ਉੱਤੇ ਕਿਹਾ ਸੀ ਕਿ ਉਹ ਬੇਲੋੜੀ ਸਟੇਟਮੈਂਟ ਸੀ। ਬਾਅਦ ਦੇ ਵਿੱਚ ਮਾਫੀ ਮੰਗਣੀ ਪਈ ਕਿ ਕਹਿੰਦੇ ਆ ਵੀ ਉਹਨਾਂ ਨੂੰ ਇੱਕ ਨੋਟਿਸ ਦਿੱਤਾ, ਆਪਾਂ ਇਹਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਸੱਚਮੁੱਚ ਨੋਟਿਸ ਗਿਆ ਕਿ ਨਹੀਂ ਗਿਆ। ਜੇ ਨੋਟਿਸ ਦੇ ਵੀ ਦਿੱਤਾ ਹੋਵੇ ਤੇ ਨੋਟਿਸ ਦੇ ਕੇ ਮਤਲਬ ਇੱਕ ਕਿਸਮ ਉਹਨਾਂ ਨੂੰ ਗਿਲਟੀ, ਉਹਨਾਂ ਨੂੰ ਦਾਗੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਕਿਨ ਇਹ ਯੂਪੀ ਦੇ ਵਿੱਚ ਵੀ ਅਜਿਹਾ ਮਾਮਲਾ ਹੋਇਆ ਇੱਕ 2022 ਦੇ ਵਿੱਚ ਯੂਪੀ ਦੇ ਚੀਫ ਮਿਨਿਸਟਰ ਨੇ ਵੀ ਉੱਥੇ ਦੇ ਡੀਜੀਪੀ ਨੂੰ ਹਟਾ ਕੇ ਤੇ ਨਵਾਂ ਡੀਜੀਪੀ ਲਾਇਆ। ਉਹਦੇ ਉੱਤੇ ਵੀ ਇਹ ਸੀ ਕਿ ਉਹਨੇ ਆਪਣੀ ਡਿਊਟੀ ਦੇ ਵਿੱਚ ਕੋਤਾਹੀ ਕੀਤੀ ਹੈ। ਲੇਕਿਨ ਭਾਵਰਾਜ ਸਾਹਿਬ ਨੂੰ ਤਾਂ ਸਸਪੈਂਡ ਵੀ ਨਹੀਂ ਕੀਤਾ। ਭਾਵਰਾਜ ਸਾਹਿਬ ਦੇ ਖਿਲਾਫ ਕੋਈ ਪੈਂਡਿੰਗ ਇਨਕੁਆਇਰੀ ਵੀ ਹੈ ਨਹੀਂ ਗੀ। ਇੱਕ ਨੋਟਿਸ ਦੇ ਕੇ ਭਾਵਰਾਜ ਸਾਹਿਬ ਨੂੰ ਇਸ ਤਰ੍ਹਾਂ ਲਾਂਭੇ ਕਰਨ ਦਾ ਇਹ ਤਾਂ ਹੁਣ ਉਹਨਾਂ ਤੇ ਨਿਰਭਰ ਆ ਵੀ ਉਹ ਕੀ ਕਰਦੇ। ਲੇਕਿਨ ਮੇਰਾ ਮੰਨਣਾ ਹੈ ਕਿ ਜੇ ਭਾਵਰਾਜ ਸਾਹਿਬ ਇਸ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਚਲੇ ਗਏ ਫਿਰ ਕੰਮ ਟੇਢਾ ਹੋ ਜੂ। ਫਿਰ ਮਤਲਬ ਮਾਨ ਸਰਕਾਰ ਵਾਸਤੇ ਕੰਮ ਟੇਢਾ ਹੋ ਸਕਦਾ ਹੈ। ਕਿਉਂਕਿ ਦੇਖੋ ਉਹ ਛੁੱਟੀ ਤੇ ਹੈ, ਟ੍ਰਾਂਸਫਰ ਤਾਂ ਹੋਈ ਨਹੀਂ। ਡੀਜੀਪੀ ਲੱਗੇ ਨੇ ਉਹ ਯੂਪੀਐਸਸੀ ਦੇ ਥਰੂ, ਤੁਸੀਂ ਉਹਨਾਂ ਨੂੰ ਬਦਲ ਨਹੀਂ ਸਕਦੇ। ਮਿਆਦ ਉਹਨਾਂ ਦੀ 2 ਸਾਲ ਹੈ। 2 ਸਾਲ ਹੈ ਤੇ ਲੱਗਿਆ ਨੂੰ ਉਹਨਾਂ ਨੂੰ ਕੀ ਹੋਇਆ ਜੀ, ਆਪਣੇ ਕੋਡ ਆਫ ਕੰਡਕਟ ਕਦੋਂ ਲੱਗਿਆ ਸੀ? ਜਿੱਦਣ ਕੋਡ ਆਫ ਕੰਡਕਟ ਲੱਗਦਾ, ਚੋਣਾਂ ਦਾ ਐਲਾਨ ਹੁੰਦਾ, ਉਦੋਂ ਉਹ ਡੀਜੀਪੀ ਉਹਨਾਂ ਦੀ ਨਿਯੁਕਤੀ ਹੁੰਦੀ ਹੈ। ਜੁਆਇਨ ਸ਼ਾਇਦ ਉਹ ਅਗਲੇ ਦਿਨ ਕਰਦੇ ਹੋਣ। ਔਰ ਇਹ ਕੰਮ ਜਿਹੜਾ ਬੜਾ ਟੇਢਾ ਹੋ ਸਕਦਾ ਹੈ। ਹੁਣ ਇਹ ਉਹਨਾਂ ਤੇ ਨਿਰਭਰ ਹੈ ਵੀ ਉਹ ਕਰਦੇ ਕਿ ਨਹੀਂ ਕਰਦੇ। ਪਰ ਇੱਕ ਗੱਲ ਯਾਦ ਰੱਖੋ ਕਿ ਜੇ ਭਾਵਰਾਜ ਸਾਹਿਬ ਜੁਆਇਨ ਕਰਨ ਵਾਸਤੇ ਆ ਗਏ, ਕਹਿਣ ਦੇ ਬਾਵਜੂਦ ਵੀ, ਹਾਲਾਂਕਿ ਉਹਨਾਂ ਨੇ ਸੈਂਟਰਲ ਡੈਪੂਟੇਸ਼ਨ ਮੰਗਿਆ ਸੀ, ਉਹਨਾਂ ਨੂੰ ਸੈਂਟਰਲ ਡੈਪੂਟੇਸ਼ਨ ਨਹੀਂ ਮਿਲਿਆ। ਜੇ ਸੈਂਟਰਲ ਡੈਪੂਟੇਸ਼ਨ ਨਹੀਂ ਮਿਲਿਆ, ਕਿਉਂ ਨਹੀਂ ਮਿਲਿਆ, ਇਹ ਵੀ ਸੋਚਣ ਵਾਲੀ ਗੱਲ ਹੈ। ਦਿੱਤਾ ਕਿਉਂ ਨਹੀਂ? ਜੇ ਉਹ ਜੁਆਇਨ ਕਰ ਰਹੇ ਤਾਂ ਕੀ ਕਰ ਰਹੇ ਕਿ ਉਹਨਾਂ ਤੋਂ ਕਰਵਾਇਆ ਜਾ ਰਿਹਾ। ਕੇਂਦਰ ਵੀ ਕਰਵਾ ਸਕਦਾ। ਤੇ ਕਰਵਾਉਣ ਵਾਲੀ ਤਾਕਤ ਕੌਣ ਹੈ? ਤੇ ਜੇ ਕਰਵਾਉਣ ਵਾਲੀ ਤਾਕਤ ਉਹਨਾਂ ਤੋਂ ਕਰਵਾਉਂਦੀ ਹੈ, ਫਿਰ ਉਹ ਤਾਕਤ ਇੱਥੇ ਖੜਦੀ ਵੀ ਨਹੀਂ। ਉਹ ਤਾਕਤ ਫਿਰ ਕਹੂਗੀ ਸੁਪਰੀਮ ਕੋਰਟ ਵੀ ਜਾਓ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਕੋਈ ਛੋਟੀ ਹੈ। ਇਹ ਠੀਕ ਹੈ, ਫਿਲਹਾਲ ਆਰਡਰ ਆ ਗਿਆ ਕਿ ਡੀਜੀਪੀ ਰਹਿਣਗੇ ਗੌਰਵ ਯਾਦਵ ਸਾਹਿਬ, ਪਰ ਭਾਵਰਾ ਹੁਣੀ ਜਿਹੜੇ ਹੈਗੇ ਜੀ ਆਏ ਹੈ ਜੁਆਇਨ, ਜੀ ਉਹਨਾਂ ਨੇ ਅੱਜ ਕੀਤਾ ਹੋ, ਕਰਦੇ ਕਿ ਨਹੀਂ ਕਰਦੇ, ਜਾਂ ਸਿੱਧੇ ਸੁਪਰੀਮ ਕੋਰਟ ਜਾਂਦੇ ਆ ਜਾਂ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਜਾਂਦੇ ਹੈ, ਉਹ ਗੱਲ ਇੱਕ ਵੱਖਰੀ ਹੈ। ਪਰ ਹੈ ਮਾਮਲਾ ਗੜਬੜ, ਸੌਖਾ ਹੈ, ਗੜਬੜ ਹੈ ਕਾਫੀ ਜੀ। ਸੋ ਕੁਝ ਵਪਾਰਕ ਸੁਨੇਹੇ ਲੈਣਗੇ ਜੀ, ਫਿਰ ਹਾਜ਼ਰ ਹੋਣੇ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਹਾਏ ਮੈਂ ਵਿਆਹ ਵਾਸਤੇ ਕਿੰਨੀ ਸ਼ਾਪਿੰਗ ਕਰਨੀ ਸੀ। ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਵਾਲੇ ਸੈੱਟ, ਲਾਈਟ ਵੇਟ ਸੈੱਟ, ਲੈਣ ਦੇਣ ਨੂੰ ਕੜੇ, ਚੂੜੀਆਂ, ਨਗਾ ਵਾਲੀਆਂ ਮੁੰਦਰੀਆਂ, ਝੁਮਕੇ ਵਾਲੀਆਂ। ਹਾਏ ਮੈਂ ਕਿੱਥੇ ਜਾਵਾਂਗੀ? ਉਹ ਜੀ ਤੁਸੀਂ ਸਿੱਧਾ ਏਸੀ ਜਿਊਲਰ ਜਾਓ, ਜਿਨ੍ਹਾਂ ਕੋਲ ਨੇ 22 ਕੈਰਟ 골ਡ ਦੇ ਗਹਿਣਿਆਂ ਦੀ ਲੇਟੈਸਟ ਤੇ ਲਾਰਜ ਵੈਰਾਈਟੀ, ਔਰਤਾਂ, ਮਰਦਾਂ ਤੇ ਬੱਚਿਆਂ ਲਈ। ਏਸੀ ਜਿਊਲਰਸ ਤੋਂ ਤੁਸੀਂ ਸਿਲਵਰ, ਡਾਇਮੰਡ ਜੁਐਲਰੀ ਵੀ ਲੈ ਸਕਦੇ ਹੋ। ਏਸੀ ਜਿਊਲਰ ਤੇ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਸਾਈਜ਼ ਅਤੇ ਤੁਹਾਡੇ ਪਸੰਦ ਦੇ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਨੇ। ਏਸੀ ਜਿਊਲਰ ਤੋਂ ਤੁਸੀਂ ਰਿਪੇਅਰ ਵੀ ਕਰਵਾ ਸਕਦੇ ਹੋ। 24 ਕੈਰਟ ਤੇ 골ਡ ਬਿਸਕਟ ਖਰੀਦ ਅਤੇ ਵੇਚ ਵੀ ਸਕਦੇ ਹੋ। 25416 104th ਐਵਨਿਊ, ਸਾਊਥ ਈਸਟ ਕੈਂਟ। ਕਾਲ 253 656 2668 ਯਾਨੀ 253 656 2666। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਟਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ, SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Quick Truck Lube.
ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਢਿੱਲੋਂ ਸਾਹਿਬ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਜਿਹੜੀ ਬਾਰਡਰ ਏਰੀਆ ਦੇ ਵਿੱਚ ਹਲਚਲ ਹੈ, ਰੈਸਟਲੈਸਨੈਸ ਹੈ ਪੈਦਾ ਕੀਤੀ ਜਾ ਰਹੀ ਹੈ, ਉਸੇ ਨਾਲ ਰਲਦਾ ਮਿਲਦਾ ਇਸ਼ਾਰਾ ਰਾਹੁਲ ਗਾਂਧੀ ਨੇ ਵੀ ਸੱਤਾਧਾਰੀ ਪਾਰਟੀ ਦੇ ਉੱਤੇ ਕੀਤਾ। ਬਿਲਕੁਲ ਰਾਹੁਲ ਗਾਂਧੀ ਅੱਜ ਕੱਲ੍ਹ ਜਿਹੜਾ ਹੈਗਾ ਪੂਰੇ ਜੋਸ਼ੋ ਖਰੋਸ਼ ਦੇ ਵਿੱਚ ਹੈ। ਕਾਰਨ ਇਹਦਾ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੂੰ 55 ਘੰਟੇ ਜਿਹੜਾ ਪੁੱਛਗਿੱਛ ਕੀਤੀ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ, ਜੀ, ਜਿਹਨੂੰ ਛੋਟੇ ਨਾਂ ਨਾਲ ਈਡੀ ਵਜੋਂ ਜਾਣਿਆ ਜਾਂਦਾ ਹੈ। ਉਹਦੀ ਮਾਤਾ ਦੀ ਵੀ ਪੁੱਛਗਿੱਛ ਕੀਤੀ ਸੀ ਔਰ ਉਸ ਪੁੱਛਗਿੱਛ ਤੋਂ ਬਾਅਦ ਵੀ ਉਹਨੇ ਕਿਹਾ ਸੀਗਾ ਕਿ ਮੈਂ ਡਰਦਾ ਨਹੀਂ, ਜੋ ਮਰਜ਼ੀ ਕਰ ਲਓ। ਫਿਰ ਇਹਨਾਂ ਨੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਇੱਕ ਰੈਲੀ ਆਰਗੇਨਾਈਜ਼ ਕੀਤੀ ਸੀ ਔਰ ਬੜੇ ਲੰਬੇ ਸਮੇਂ ਬਾਅਦ ਦੇਖੀਏ ਤਾਂ ਕਾਂਗਰਸ ਪਾਰਟੀ ਨੇ ਕੋਈ ਵੱਡੀ ਰੈਲੀ ਦਿੱਲੀ ਦੇ ਵਿੱਚ ਕੱਲ੍ਹ ਆਯੋਜਿਤ ਕੀਤੀ ਹੈ। ਕਹਿੰਦੇ ਕਾਫੀ ਵੱਡੀ ਸੀ, ਕਾਫੀ ਵੱਡੀ ਰੈਲੀ ਸੀ, ਬਹੁਤ ਲੰਬੇ ਸਮੇਂ ਬਾਅਦ ਹੋਈ ਹੈ। ਮੈਂ ਕਿਤੇ ਤੁਸੀਂ ਦੇਖੋ ਵੀ 80 ਬਿਆਨ ਦੇ ਦਹਾਕਿਆਂ ਦੇ ਵਿੱਚ ਦੇਖੀਆਂ ਰੈਲੀਆਂ ਕਾਂਗਰਸ ਪਾਰਟੀ ਦੀਆਂ, ਨਹੀਂ ਤਾਂ ਕਦੇ ਐਡੀ ਵੱਡੀ ਰੈਲੀ ਨਹੀਂ ਹੋਈ ਸੀ। ਔਰ ਇਹ ਰੈਲੀਆਂ ਵਾਲੇ ਪਾਸੇ ਮੁੜਨ ਦਾ ਕਾਰਨ ਕੀ ਹੈ? ਜੀ, ਮੁੜਨ ਦਾ ਕਾਰਨ ਇਹ ਹੈ ਕਿ ਕਾਂਗਰਸ ਪਾਰਟੀ ਦੀ ਜ਼ਮੀਨ ਲਗਾਤਾਰ ਖੁਰਦੀ ਜਾ ਰਹੀ ਹੈ ਤੇ ਇਹ ਹੁਣ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਇਹ ਜ਼ਮੀਨ ਖੁਰਨੋਂ ਬਚਣੀ ਨਹੀਂ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਮਾਲਕ ਆ ਕੇ ਇਸ ਜ਼ਮੀਨ ਦੀ ਸਾਂਭ ਸੰਭਾਲ ਨਹੀਂ ਕਰਦੇ। ਮਾਲਕਾਂ ਤੋਂ ਭਾਵ ਇਹ ਹੈ ਕਿ ਜੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਜਿਹੜੇ ਸਰਵਾ ਹੈਗੇ ਕਾਂਗਰਸ ਪਾਰਟੀ ਦੇ, ਹੁਣ ਤਾਂ ਪਰਿਵਾਰਕ ਪਾਰਟੀ ਹੈ, ਜੀ ਜੀ, ਇਹ ਉਹਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਜੇ ਆਪਾਂ ਕਹਿ ਦਈਏ ਕਿ ਜੀ ਇੱਥੇ ਆਪਣੇ ਹਰੀਸ਼ ਚੌਧਰੀ ਹੈ ਤੇ ਹਰੀਸ਼ ਰਾਵਤ ਹੈ ਤੇ ਉਹ ਆ ਕੇ ਕੁਝ ਕਰਨਗੇ, ਇਹ ਆਪਾਂ ਪੰਜਾਬ ਦੀ ਮਿਸਾਲ ਦਿੰਦੇ ਹਾਂ। ਗੱਲ ਸਾਰੀਆਂ ਸਟੇਟਾਂ ਦੀ ਇਹੀ ਹੈ ਕਿ ਉੱਥੇ ਮੁਖਤਿਆਰ ਹੀ ਲਾਏ ਹੋਏ ਤੇ ਮੁਖਤਿਆਰਾਂ ਦੇ ਰਾਹੀਂ ਖੇਤੀ ਫਿਰ ਜਿਹੋ ਜਿਹੀ ਹੁੰਦੀ ਹੈ ਉਹ ਆਪਾਂ ਨੂੰ ਪਤਾ ਹੀ ਹੈ। ਨਾਲ ਹੀ ਇਹਨਾਂ ਨੇ ਇੱਕ ਹੋਰ ਪ੍ਰੋਗਰਾਮ ਵੀ 2024 ਦੀਆਂ ਆ ਗਈਆਂ ਪਾਰਲੀਮੈਂਟ ਦੀਆਂ ਚੋਣਾਂ। ਜੀ, ਕਾਂਗਰਸ ਪਾਰਟੀ ਵੀਕ ਪੈ ਗਈ ਹੈ ਤੇ ਵੀਕ ਇੰਨੀ ਪੈ ਗਈ ਹੈ ਕਿ ਹੁਣ ਕਾਂਗਰਸ ਪਾਰਟੀ ਨੂੰ ਲੀਡਰ ਮੰਨਣ ਵਾਸਤੇ ਕੋਈ ਤਿਆਰ ਨਹੀਂ ਹੈ। 2024 ਦੀਆਂ ਚੋਣਾਂ ਵੇਲੇ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਣਗੀਆਂ, ਉਹ ਚੋਣਾਂ ਕਿਹਦੀ ਅਗਵਾਈ ਚ ਲੜੀਆਂ ਜਾਣ? ਪਹਿਲਾਂ ਦੋ ਗਰੁੱਪ ਹੁੰਦੇ ਸੀ, ਇੱਕ UPA ਜੀ, ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ। ਇਹ ਅਲਾਇੰਸ ਜਿਹੜਾ ਇਹਦੀ ਲੀਡਰ ਹੁੰਦੀ ਸੀ ਕਿਸੇ ਜ਼ਮਾਨੇ 'ਚ ਸੋਨੀਆ ਗਾਂਧੀ, ਭਾਵੇਂ ਅੱਜ ਵੀ ਸੋਨੀਆ ਗਾਂਧੀ, ਅੱਜ ਆਪਾਂ ਇਹ ਕਹਿ ਸਕਦੇ ਹਾਂ ਕਿ ਅੱਜ ਉਹ ਚੇਅਰ ਤੇ ਬੈਠੀ ਹੈ, ਉਦੋਂ ਉਹ ਲੀਡਰ ਹੁੰਦੀ ਸੀ ਜਦੋਂ ਬਾਕੀ ਪਾਰਟੀਆਂ ਨੇ ਵੀ ਉਹਨੂੰ ਆਪਣਾ ਲੀਡਰ ਮੰਨਿਆ ਸੀ ਜੀ। ਔਰ UPA ਦੇ ਵਿੱਚ ਕਾਮਰੇਡ ਵੀ ਉਹਦੇ ਨਾਲ ਆ ਗਏ ਸੀ ਜੀ। ਤੁਹਾਨੂੰ ਪਤਾ ਵੀ ਕਾਮਰੇਡਾਂ ਦਾ ਪਹਿਲਾਂ 36 ਦਾ ਅੰਕੜਾ ਹੁੰਦਾ ਸੀ, 60 ਦੇ ਕਰੀਬ ਸੀਟਾਂ ਕਾਮਰੇਡਾਂ ਦੀਆਂ ਸੀ ਜਦੋਂ 2004 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਦੇ ਹੈ। ਇਹ ਸਾਰੇ ਉਸ ਵੇਲੇ ਨਾਲ ਸੀ। ਉਹ UPA ਉਸ ਵੇਲੇ ਹੁੰਦੀ ਸੀਗੀ, ਆਪਾਂ ਨੂੰ ਕਹਿ ਸਕਦੇ ਹਾਂ। ਹੁਣ ਜਿਹੜਾ ਇਸ ਵੇਲੇ ਹਾਲਤ ਇਹ ਹੈ ਕਿ ਮਮਤਾ ਬੈਨਰਜੀ ਕਹਿੰਦੀ ਵੀ ਹਮ ਹੈ ਪ੍ਰਾਈਮ ਮਿਨਿਸਟਰ ਦੀ ਕੈਂਡੀਡੇਟ, ਮੈਂ ਵੀ ਹੋ ਸਕਦੀ ਹਾਂ, ਮੈਂ ਮੋਦੀ ਨੂੰ ਟੱਕਰ ਦੇ ਸਕਦੀ ਹਾਂ। ਇੱਕ ਹੋਰ ਹੈ ਜੀ, ਤੇਲੰਗਾਨਾ ਦੇ ਮੁੱਖ ਮੰਤਰੀ KCR ਕੇ ਚੰਦਰ ਸ਼ੇਖਰ ਰਾਓ, ਉਹ ਕਹਿੰਦੇ ਜੀ ਮੈਂ ਹੈਗਾ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਇਸ ਵੇਲੇ ਇੱਕ ਨਵੇਂ ਉਮੀਦਵਾਰ ਵੀ ਉੱਭਰ ਕੇ ਸਾਹਮਣੇ ਆ ਗਏ, ਨਤੀਸ਼ ਕੁਮਾਰ ਹੋਣੀ। ਨਤੀਸ਼ ਕੁਮਾਰ ਹੋਣਾ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਉਹਨਾਂ ਦੀ ਪਾਰਟੀ ਹੈ ਯੂਨਾਈਟਿਡ ਜਨਤਾ ਦਲ, ਉਹਨੇ ਸਰਕਾਰ ਬਣਾਈ ਹੈ, ਯੂਨਾਈਟਿਡ ਜਨਤਾ ਦਲ ਦੀ ਉਹਦੀ ਮੀਟਿੰਗ ਹੋਈ ਸੀ ਜੀ। ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੇਰਾ ਹੁਣ ਜਿਹੜਾ ਮਕਸਦ ਹੈ, ਇੱਕੋ ਇੱਕ ਮਕਸਦ ਹੈ ਕਿ ਸਮੁੱਚੀ ਆਪੋਜੀਸ਼ਨ ਨੂੰ ਇੱਕ ਥਾਂ ਇਕੱਤਰ ਕਰਨਾ ਜੀ। ਜੇ ਇੱਕ ਥਾਂ ਇਕੱਤਰ ਕਰਨ ਦੀ ਉਹ ਗੱਲ ਕਰਦੇ ਤੇ ਉਹ ਕਹਿੰਦੇ ਵੀ ਦਿੱਲੀ ਪਹੁੰਚ ਵੀ ਗਏ ਔਰ ਦਿੱਲੀ ਉਹਨਾਂ ਨੇ ਸੱਜਿਆਂ ਖੱਬਿਆਂ ਦੇ ਨਾਲ, ਕਾਂਗਰਸ ਨਾਲ, ਸਾਰਿਆਂ ਦੇ ਨਾਲ ਰਾਏ ਮਸ਼ਵਰਾ ਕਰਨੀ ਹੈ ਜੀ। ਇਹਨਾਂ ਹਾਲਾਤਾਂ ਦੇ ਵਿੱਚ ਫਿਰ ਕਾਂਗਰਸ ਪਾਰਟੀ ਕਿੱਥੇ ਖੜਦੀ ਹੈ ਜੀ? ਕਿਤੇ ਵੀ ਨਹੀਂ। ਇਹਦਾ ਅਹਿਸਾਸ ਕਾਂਗਰਸ ਪਾਰਟੀ ਨੂੰ ਵੀ ਹੋ ਗਿਆ ਸੀ। ਸੋਨੀਆ ਗਾਂਧੀ ਨੂੰ ਤਾਂ ਅਹਿਸਾਸ ਬਹੁਤ ਚਿਰ ਦਾ ਹੈ, ਪਰ ਉਹ ਬਿਮਾਰ ਚੱਲਦੀ ਹੈ ਜੀ। ਹੁਣ ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਹੈ ਤੇ ਉਹ ਪ੍ਰੋਗਰਾਮ ਇਹ ਹੈ ਕਿ ਅਗਲੇ ਦਿਨਾਂ ਦੇ ਵਿੱਚ ਦੇਸ਼ ਜੋੜੋ ਜੀ, ਅੱਛਾ, ਦੇਸ਼ ਜੋੜੋ ਨਾਂ ਦੀ ਇੱਕ ਕੰਪੇਨ ਸ਼ੁਰੂ ਕਰ ਰਹੇ ਹੈ। ਔਰ ਇਹ ਕੰਪੇਨ ਜਿਹੜੀ ਹੈਗੀ ਹੈ ਕਾਫੀ ਲੰਬੀ ਹੈ, 1000 ਕਿਲੋਮੀਟਰ ਕਹਿੰਦੇ ਚੱਲਣਾ ਹੈ ਔਰ ਇਹਦੀ ਅਗਵਾਈ ਕਰਨੀ ਹੈ ਰਾਹੁਲ ਗਾਂਧੀ ਦੀ। ਚੋਣਵੇਂ ਲੀਡਰਾਂ ਨੂੰ ਭਾਰਤ ਦੇ ਵਿੱਚੋਂ ਜਿਹੜੇ ਵੱਖ-ਵੱਖ ਸਟੇਟਾਂ ਦੇ ਵਿੱਚੋਂ ਲੀਡਰ ਜਿਹੜੇ ਹੈਗੇ ਲੈ ਕੇ ਨਾਲ ਉਹਨਾਂ ਨੂੰ ਆਉਣਾ ਹੈ। ਕੰਟੇਨਰ ਹੈ ਇੱਕ, ਉਸ ਕੰਟੇਨਰ ਦੇ ਵਿੱਚ ਹੀ ਰਾਤ ਗੁਜ਼ਾਰਨੀ ਉਹਨੇ। ਰਹਿਣ ਸਹਿਣ ਦਾ ਇੰਤਜ਼ਾਮ ਉਵੇਂ ਹੀ ਕੀਤਾ। ਹੁਣ ਤੁਸੀਂ ਦੇਖੋ, ਇੱਕ ਕੀਤੀ ਸੀਗੀ
ਅਡਵਾਨੀ ਨੇ ਯਾਤਰਾ ਸ਼ੁਰੂ ਕੀਤੀ ਸੀ। ਉਦੋਂ ਬੀਜੇਪੀ ਦੇ ਪੈਰ ਲਵਾਏ ਸੀ, ਉਦੋਂ ਬੀਜੇਪੀ ਦੇ ਪੈਰ ਲੱਗੇ ਸੀ, ਬਿਲਕੁਲ ਉਸੇ ਤਰ੍ਹਾਂ ਦੇ ਉੱਤੇ ਹੁਣ ਇਹ ਉਸ ਪਾਸੇ ਨੂੰ ਚੱਲਦੇ। ਔਰ ਉਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਜੀ ਇਹਨਾਂ ਨੇ ਇੱਕ ਵੱਡਾ ਇਕੱਠ ਜਿਹੜਾ ਕੱਲ ਦਿੱਲੀ ਦੇ ਵਿੱਚ ਕੀਤਾ, ਜਿਹਨੂੰ ਆਪਾਂ ਮਹਿੰਗਾਈ ਵਿਰੋਧੀ ਮਹਾ ਰੈਲੀ ਵਜੋਂ ਪੜ੍ਹਦੇ ਹਾਂ ਅਖਬਾਰਾਂ ਦੀਆਂ ਸੁਰਖੀਆਂ ਕਿ ਇਹ ਮਹਾ ਰੈਲੀ ਹੈ। ਉਹਦੇ ਵਿੱਚ ਹੀ ਉਹਨੇ ਭਾਸ਼ਣ ਕੀਤਾ, ਬੋਲਿਆ ਜੀ। ਉਹ ਕਹਿੰਦਾ ਵੀ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਜੀ। ਕਹਿੰਦੇ ਸਾਰੀਆਂ ਜਿਹੜੀਆਂ ਹੈਗੀਆਂ ਸੰਸਥਾਵਾਂ ਉਹਨਾਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਦਾਨੀਵਾਲ ਸਾਹਿਬ ਪਿਛਲੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਜਿਹੜੀਆਂ ਕੰਸਟੀਟਿਊਸ਼ਨਲ ਇੰਸਟੀਚਿਊਟਸ ਹੈਗੇ ਹੈ ਜੀ, ਜਿਹੜੀਆਂ ਸੰਵਿਧਾਨਕ ਸੰਸਥਾਵਾਂ ਉਹਨਾਂ ਨੂੰ ਕਹਿੰਦੇ ਇੱਕ ਗਿਣੇ ਮਿੱਥੇ ਢੰਗ ਦੇ ਨਾਲ ਵੀਕ ਕੀਤਾ ਜਾ ਰਿਹਾ। ਇਹ ਇਲਜ਼ਾਮ ਆਪੋਜੀਸ਼ਨ ਵੱਲੋਂ ਲਾਇਆ ਜਾ ਰਿਹਾ ਹੈ ਔਰ ਰਾਹੁਲ ਗਾਂਧੀ ਬੜਾ ਠੋਕ ਵਜਾ ਕੇ ਇਹਨੂੰ ਇਹ ਗੱਲ ਕਹਿੰਦਾ ਹੈ। ਉਹ ਕਹਿੰਦਾ ਪਾਰਲੀਮੈਂਟ ਵੀ ਕਮਜ਼ੋਰ ਕਰਤੀ। ਪਾਰਲੀਮੈਂਟ ਦੇ ਵਿੱਚ ਕਹਿੰਦੇ ਵੀ ਵਿਰੋਧੀ ਧਿਰ ਨੂੰ ਬੋਲਣ ਹੀ ਨਹੀਂ ਦਿੱਤਾ ਜਾਂਦਾ, ਜਮਾਂ ਹੀ ਨਹੀਂ ਬੋਲਣ ਅਸੀਂ ਕੱਢ ਕੇ ਬਾਹਰ ਮਾਰਦੇ। ਉਹ ਕਹਿੰਦੇ ਅਸੀਂ ਜਾਣਦੇ, ਅਸੀਂ ਆਪਦੀ ਗੱਲ ਕਰਨੀ ਚਾਹੁੰਦੇ, ਸਾਨੂੰ ਗੱਲ ਨਹੀਂ ਕਰਨ ਦੇ, ਰੌਲਾ ਪਾਉਂਦੇ। ਜੇ ਅਸੀਂ ਕੋਈ ਸ਼ੋਰ ਸ਼ਰਾਬਾ ਕਰਦੇ ਤਾਂ ਚੱਕ ਕੇ ਸਾਨੂੰ ਬਾਹਰ ਸਿੱਟਣ ਦੇ। ਤੇ ਜਦੋਂ ਲੋਕਾਂ ਦੇ ਨੁਮਾਇੰਦਿਆਂ ਨੂੰ, ਚਾਹੇ ਉਹ ਆਪੋਜੀਸ਼ਨ ਦੇ ਹੋਣ, ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਨਾ ਦਿੱਤਾ ਜਾਵੇ ਤੇ ਉਹ ਕਹਿੰਦੇ ਫਿਰ ਸਾਡੇ ਕੋਲ ਹੋਰ ਰਾਹ ਕੀ ਹੈ? ਰਾਹ ਸਾਡੇ ਕੋਲ ਆ ਰੈਲੀ ਹੈ ਤੇ ਅਸੀਂ ਲੋਕਾਂ ਤੱਕ ਸਿੱਧਾ ਕੰਟੈਕਟ ਕਰਦੇ ਹਾਂ। ਕੱਲ੍ਹ ਵਾਲੀ ਰੈਲੀ ਦੇ ਵਿੱਚ ਜਿਹੜੀ ਉਹਦੀ ਭਾਸ਼ਣ ਸੀਗਾ, ਉਹਦੇ ਭਾਸ਼ਣ ਦੇ ਵਿੱਚ ਇੱਕ ਸਮੈਲ ਆਉਂਦੀ ਹੈ ਕਿ ਹੁਣ ਹੰਕਾਰ ਥੋੜਾ ਜਿਹਾ ਛੱਡਿਆ ਵਾ। ਪਹਿਲਾਂ ਇਹ ਸੀ ਕਿ ਜੋ ਕੁਛ ਹੈ ਉਹ ਕਾਂਗਰਸੀ ਹੈ। ਹੁਣ ਉਹ ਕਹਿੰਦੇ ਉਹਨਾਂ ਨੇ ਇਹ ਗੱਲ ਤੱਕ ਮੰਨ ਲਈ ਹੈ, ਇਹ ਤਸਲੀਮ ਕਰ ਲਿਆ ਕਿ ਮੋਦੀ ਦਾ ਮੁਕਾਬਲਾ ਇਕੱਲਿਆਂ ਨਹੀਂ ਕੀਤਾ ਜਾ ਸਕਦਾ। ਆਪੋਜੀਸ਼ਨ ਨੂੰ ਮੁੜ ਕੇ ਇਕਮੁੱਠ ਹੋਣਾ ਪੈਣਾ। ਤੇ ਨਾਲ ਤੁਸੀਂ ਇਹ ਦੇਖੋ ਕਿ ਇਹ ਰੈਲੀ ਉਸ ਵੇਲੇ ਹੋ ਰਹੀ ਹੈ ਜਦੋਂ ਕਾਂਗਰਸ ਪਾਰਟੀ ਦਾ ਇੱਕ ਵੱਡਾ ਨੇਤਾ ਗੁਲਾਮ ਨਬੀ ਆਜ਼ਾਦ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਗਿਆ, ਕਿਉਂਕਿ ਗੁਲਾਮ ਨਬੀ ਆਜ਼ਾਦ G23 ਗਰੁੱਪ ਦਾ ਲੀਡਰ ਸੀ ਔਰ G23 ਵਾਲੇ ਕਹਿੰਦੇ ਸੀ ਕਿ ਕਾਂਗਰਸ ਪਾਰਟੀ ਦੀ ਹਾਲਤ ਮਾੜੀ ਪੈਂਦੀ ਹੈ, ਕੋਈ ਓੜ-ਪੋੜ ਕਰ ਲਓ। ਓੜ-ਪੋੜ ਨਹੀਂ ਕੀਤਾ। ਮੀਟਿੰਗ ਕੀਤੀ ਇੱਕ ਸੋਨੀਆ ਗਾਂਧੀ ਨੇ। ਉਸ ਮੀਟਿੰਗ ਦੇ ਵਿੱਚ ਜਿਹੜੀ ਸਹਿਮਤੀ ਬਣੀ ਸੀ, ਉਸ ਸਹਿਮਤੀ ਤੇ ਅਮਲ ਕਿੰਨਾ ਕੁ ਹੋਇਆ ਇਹ ਆਪਾਂ ਮਨੀਸ਼ ਤਿਵਾੜੀ ਦੇ ਮੂੰਹ ਸੁਣ ਲੈਣੀ। ਮਨੀਸ਼ ਤਿਵਾੜੀ ਜਿਹੜਾ ਪੰਜਾਬ ਦੀ ਕਾਂਗਰਸ ਦਾ ਲੀਡਰ ਹੈ, ਮਨੀਸ਼ ਤਿਵਾੜੀ ਨੇ ਪਿਛਲੇ ਦਿਨਾਂ 'ਚ ਕਹਿਤਾ ਵੀ ਕਾਰਨ ਕੀ ਹੈ, ਇਹਨੂੰ ਗੁਲਾਮ ਨਬੀ ਆਜ਼ਾਦ ਨੂੰ ਛੱਡ ਕੇ ਜਾਣਾ ਕਿਉਂ ਪਿਆ। ਸੋਨੀਆ ਗਾਂਧੀ ਦੇ ਘਰੇ ਕਹਿੰਦਾ ਜੋ ਸਾਂਝੀ ਸਮਝ ਬਣੀ ਸੀ ਉਸ ਉੱਤੇ ਅਮਲ ਹੀ ਨਹੀਂ ਹੋਇਆ। ਤੇ ਜਦੋਂ ਬੰਦੇ ਦੀ ਕਿਸੇ ਦੀ ਗੱਲ ਹੀ ਨਹੀਂ ਸੁਣੀ ਜਾਣੀ, ਜੇ ਉਹ ਕਹਿੰਦੇ ਕਿ ਸਾਨੂੰ ਪਾਰਲੀਮੈਂਟ 'ਚ ਨਹੀਂ ਬੋਲਣ ਦਿੱਤਾ ਜਾਂਦਾ, ਤੁਸੀਂ ਪਾਰਲੀਮੈਂਟ ਦੇ ਆਪਣੀ ਪਾਰਟੀ ਦੇ ਅੰਦਰ ਨਹੀਂ ਆਪਦੇ ਬੰਦੇ ਨੂੰ ਬੋਲਣ। ਬਿਲਕੁਲ। ਉਹ ਕਹਿੰਦਾ ਵੀ ਹੁਣ ਛੱਡ ਕੇ ਚਲਾ ਗਿਆ, ਸਾਨੂੰ ਰੱਖਣਾ ਕਿ ਨਹੀਂ ਰੱਖਣਾ ਇਹ ਇਹਨਾਂ ਤੇ ਨਿਰਭਰ ਹੈ। ਇਹ ਉਹ ਕਹਿੰਦਾ ਅਸੀਂ ਕਾਂਗਰਸ ਪਾਰਟੀ ਦੇ ਕਿਰਾਏਦਾਰ ਨਹੀਂ, ਅਸੀਂ ਹਿੱਸੇਦਾਰ ਹਾਂ। ਤੇ ਜੇ ਹਿੱਸੇਦਾਰ ਨਾਲ ਤੁਸੀਂ ਸਲੂਕ ਇਹੋ ਜਿਹਾ ਕਰੋਗੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਰੈਲੀ ਹੋਈ ਹੈ, ਇਸ ਰੈਲੀ ਦੇ ਵਿੱਚ ਜਿਹੜੀ ਉਹਨੇ ਕੱਲ੍ਹ ਸ਼ਬਦਾਵਲੀ ਇਸਤੇਮਾਲ ਕੀਤੀ ਹੈ, ਇੱਕ ਯੂਨਾਈਟਿਡ ਫਰੰਟ ਵਾਲੀ, ਇੱਕ ਸਾਂਝਾ ਮੋਰਚਾ ਬਣਾਇਆ ਜਾਵੇ ਨਰਿੰਦਰ ਮੋਦੀ ਦੇ ਖਿਲਾਫ। ਜੇ ਇਹ ਲਾਈਨ ਅਡਾਪਟ ਕਾਂਗਰਸ ਪਾਰਟੀ ਨੇ ਕਰ ਲਈ ਤੇ ਦਾਨੀਵਾਲ ਸਾਹਿਬ ਫਿਰ ਆਪਾਂ ਨੂੰ ਦੇਖਣਾ ਪੈਣਾ ਕਿ ਸਮਾਂ ਵੀ ਹੈ। ਸਾਡੇ ਲੋਕ ਜਿਹੜੇ ਹੈਗੇ ਹੈ ਉਹ ਬਖਸ਼ਣਹਾਰ ਵੀ ਉਹ ਬਹੁਤ ਹੈ। ਜਦੋਂ ਕੋਈ ਬੰਦਾ ਗਲਤੀ ਕਰ ਲੇ, ਜੇ ਉਹ ਲਗਾਤਾਰ ਆਪਣੇ ਆਪ ਨੂੰ ਇਸ ਕੰਪੇਨ ਦੇ ਵਿੱਚ ਪਾਉਂਦਾ ਹੈ ਔਰ ਇਸ ਕੰਪੇਨ ਦੇ ਵਿੱਚ ਪਾ ਕੇ ਕੰਪੇਨ ਦੀ ਅਗਵਾਈ ਕਰਕੇ ਕਾਂਗਰਸ ਪਾਰਟੀ ਦਾ ਸੁਨੇਹਾ ਥੱਲੇ ਤੱਕ ਲੈ ਕੇ ਜਾਂਦਾ ਹੈ ਤਾਂ ਮੇਰਾ ਖਿਆਲ ਕਾਮਯਾਬੀ ਮਿਲੂਗੀ। ਅਗਲੀ ਗੱਲ ਇਹ ਮਤ ਭੁੱਲੋ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਕਮਜ਼ੋਰ ਹੋ ਗਈ, ਅਕਾਲੀ ਦਲ ਦੀ ਵੀ ਲੀਡਰਸ਼ਿਪ ਕਮਜ਼ੋਰ ਹੈ। ਲੇਕਿਨ ਅਕਾਲੀ ਦਲ ਨੂੰ ਅਸੀਂ ਕਮਜ਼ੋਰ ਨਹੀਂ ਕਹਿ ਸਕਦੇ। ਪੰਜਾਬ ਦੇ ਵਿੱਚ ਅਕਾਲੀ ਦਲ ਦਾ ਕਾਡਰ ਹੈਗਾ ਕਾਡਰ ਜਿਹੜਾ ਹੈਗਾ ਅਕਾਲੀ ਦਲ ਦਾ ਉਹ ਨਿਰਾਸ਼ ਹੈ। ਜਦੋਂ ਉਹਨੂੰ ਖਤਮ ਨਹੀਂ ਹੋਇਆ ਉਹ ਲੀਡਰਸ਼ਿਪ ਤੋਂ ਨਿਰਾਸ਼ ਹੈ ਤੇ ਘਰਾਂ 'ਚ ਬਹਿ ਗਿਆ ਜਾਂ ਦੂਜੀਆਂ ਪਾਰਟੀਆਂ ਵਾਲੇ ਪਾਸੇ ਚੱਲ ਪਿਆ। ਅੱਜ ਲੀਡਰਸ਼ਿਪ ਅਕਾਲੀ ਦਲ ਦੀ ਤਬਦੀਲ ਹੋ ਜੇ ਸਿਖਰਲੀ ਲੀਡਰਸ਼ਿਪ ਤੇ ਨਾਲ ਦੀ ਨਾਲ ਹੀ ਉਹ ਉੱਠ ਕੇ ਖੜੇ ਹੋ ਜਾਣ। ਕਾਂਗਰਸ ਪਾਰਟੀ ਦੀ ਸਥਿਤੀ ਹੈ ਕਿ ਕਾਂਗਰਸ ਪਾਰਟੀ ਦਾ ਕਾਡਰ ਬੰਦਾ ਹਰ ਪਿੰਡ 'ਚ ਬੈਠਾ ਹੈ, ਹਰ ਕਸਬੇ 'ਚ ਬੈਠਾ, ਹਰ ਸ਼ਹਿਰ 'ਚ ਬੈਠਾ ਹੈ, ਲੇਕਿਨ ਉਹਨਾਂ ਨੂੰ ਮੋਬਿਲਾਈਜ਼ ਕਰਨ ਵਾਲਾ ਕੋਈ ਨਹੀਂ ਸੀ। ਮੋਬਿਲਾਈਜ਼ ਕਰਨ ਵਾਲਾ ਸੀ ਇਹ ਵਾਰੀ ਇਹੀ ਤਾਂ G23 ਵਾਲੇ ਕਹਿੰਦੇ ਸੀ ਕਿ ਸਾਨੂੰ 24 ਘੰਟੇ 7 ਦਿਨ ਵਾਲਾ ਲੀਡਰ ਚਾਹੀਦਾ, ਜਿਹੜਾ ਲੀਡਰ ਲੋਕਾਂ ਨੂੰ ਅਗਵਾਈ ਦੇ ਸਕੇ, ਲੋਕਾਂ ਨੂੰ ਨਾਲ ਲੈ ਕੇ ਚੱਲ ਜੇ। ਹੁਣ ਕਈ ਵਾਰੀ ਕੀ ਹੁੰਦੇ ਆ ਵੀ ਨੇਤਾ ਜੀ ਤਾਂ ਚਲੇ ਜਾਂਦੇ ਜੀ ਫਲਾਣੇ ਥਾਂ ਉਹ ਇਕੱਲੇ ਤੁਰ ਜਾਂਦੇ ਜੀ, ਅੱਜ ਇਟਲੀ ਗਏ ਆ ਜੀ, ਅੱਜ ਯੂਰਪ ਦੇ ਫਲਾਣੇ ਦੇਸ਼ ਗਏ ਆ ਜੀ, ਉਹ ਤਾਂ ਇੱਧਰ ਲੜੀ ਜਾਂਦੇ ਹੁੰਦੇ, ਪਤੰਦਰ ਉੱਧਰ ਲੰਘ ਜਾਂਦਾ, ਉਹ ਉੱਧਰ ਲੰਘ ਜਾਂਦਾ। ਅਗਲੀ ਗੱਲ ਜਿਹੜੀ ਹੈਗੀ ਹੈ, ਜਿਹੜੀ ਗੁਲਾਮ ਨਬੀ ਆਜ਼ਾਦ ਨੇ ਵੀ ਕਹੀ ਸੀ, ਉਹ ਕਹਿੰਦਾ ਵੀ ਕਿਸੇ ਜ਼ਮਾਨੇ 'ਚ ਜਿਹੜੇ ਲੋਕ ਮੰਤਰੀਆਂ ਵਜੋਂ ਸਾਡੇ ਦਫ਼ਤਰਾਂ ਦੇ ਚਪੜਾਸੀ ਹੁੰਦੇ ਸੀ ਜਾਂ ਜਿਹੜੇ ਸਾਡੇ ਗਵਰਨਮੈਂਟ ਹੁੰਦੇ ਸੀ, ਤਾਂ ਕਹਿੰਦਾ ਲੀਡਰ ਬਣਾਤੇ। ਰਾਹੁਲ ਗਾਂਧੀ ਜਦੋਂ ਇਹ ਠੀਕ ਹੈ, ਰਾਹੁਲ ਗਾਂਧੀ ਨੂੰ ਅਗਵਾਈ ਕਰ ਰਿਹਾ ਤੁਰੂਗਾ, ਪਰ ਰਾਹੁਲ ਗਾਂਧੀ ਦੇ ਆਲੇ ਦੁਆਲੇ ਜਿਹੜੇ ਲੋਕ ਹੈ, ਪੰਜਾਬ ਦੇ ਵਿੱਚ ਚੰਗੀ ਭਲੀ ਸਰਕਾਰ ਰਿਪੀਟ ਹੁੰਦੀ ਜਿਸ ਢੰਗ ਦੇ ਨਾਲ ਉਹਨੂੰ ਹੈਂਡਲ ਕੀਤਾ ਹੈ, ਲੋਕਾਂ ਨੂੰ ਤੁਸੀਂ ਮੋਬਿਲਾਈਜ਼ ਤਾਂ ਕਰ ਲਓਗੇ, ਲੇਕਿਨ ਜਿਹੜੀ ਤੁਹਾਡੀ ਰਣਨੀਤੀ ਹੈ, ਜੇ ਤੁਹਾਡੀ ਰਣਨੀਤੀ ਉਲਟ ਪੈ ਗਈ, ਤੁਹਾਡਾ ਤੁਸੀਂ ਬੰਦੂਕ ਦੀ ਗੋਲੀ ਚਲਾਉਣੇ ਕਿਸੇ ਹੋਰ ਪਾਸੇ ਨੂੰ ਤੇ ਚੱਲਦੀ ਕਿਸੇ ਹੋਰ ਪਾਸੇ ਬੈਕਫਾਇਰ ਮਾਰਦੀ ਹੈ, ਤਾਂ ਇਹਦਾ ਮਤਲਬ ਹੈ ਕਿ ਤੁਹਾਨੂੰ ਬੰਦੂਕ ਹੈਂਡਲ ਨਹੀਂ ਕਰਨੀ ਆਉਂਦੀ। ਇਸ ਕਰਕੇ ਰਾਹੁਲ ਨੇ ਸ਼ੁਰੂਆਤ ਤਾਂ ਚੰਗੀ ਕੀਤੀ ਹੈ, ਲੇਕਿਨ ਉਹਨੂੰ ਇਹ ਦੇਖਣਾ ਪੈਣਾ ਕਿ ਇਹ ਠੀਕ ਹੈ, ਨਵੇਂ ਖੂਨ ਦੀ ਲੋੜ ਹੈ।
ਨਵੇਂ ਖੂਨ ਦੇ ਨਾਲ ਨਾਲ ਪੁਰਾਣੇ ਤਜਰਬੇ ਦੀ ਵੀ ਲੋੜ ਹੈ। ਹੂੰ ਇਹ ਜੇ ਨਵਾਂ ਤੇ ਪੁਰਾਣਾ ਖੂਨ ਇਕੱਤਰ ਕਰਕੇ ਉਹਨਾਂ ਨੂੰ ਲੈ ਕੇ ਤੁਰਨਗੇ ਤਾਂ ਔਰ ਚੰਗੇ ਰਹਿਣਗੇ। ਆਪਣੀਆਂ ਕਮੀਆਂ ਪੇਸ਼ੀਆਂ ਪੁਰਾਣੀਆਂ ਛੱਡਣਗੇ, ਜਿਹੜੇ ਪੁਰਾਣੇ ਲੀਡਰਾਂ ਦੀ ਗੱਲਬਾਤ ਸੁਣਨਗੇ, ਠੀਕ ਦਿਸ਼ਾ 'ਚ ਅੱਗੇ ਵਧਣਗੇ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਹਿੰਦੂਤਵ ਪੈਂਤੜੇ ਨਾਲ ਨਹੀਂ ਕੀਤਾ ਜਾ ਸਕਦਾ। ਨਾ। ਤੁਹਾਨੂੰ ਸੈਕੂਲਰ ਪੈਂਤੜਾ ਅਪਣਾਉਣਾ ਪੈਣਾ, ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਦਾ ਹੁੰਦਾ ਸੀ, ਹੂੰ ਜਿਹੜਾ ਇੰਦਰਾ ਗਾਂਧੀ ਦਾ ਹੁੰਦਾ ਸੀ। ਰਾਜੀਵ ਗਾਂਧੀ ਆ ਕੇ ਥੜਕਿਆ ਸੀ ਤਾਂ ਸੱਤਾ ਤੋਂ ਬਾਹਰ ਹੋ ਸੱਤਾ ਗਿਆ ਤੋਂ ਸੀ। ਬਾਹਰ ਹੋ ਗਿਆ ਸੀ। ਤੇ ਜੇ ਤੁਸੀਂ ਗੁਜਰਾਤ ਦੇ ਵਿੱਚ ਹੁਣ ਪਿਛਲੀਆਂ ਇਲੈਕਸ਼ਨਾਂ ਵੇਲੇ ਗੁਜਰਾਤ ਦੇ ਵਿੱਚ ਗਏ, ਬੜੀ ਵਧੀਆ ਪੋਜੀਸ਼ਨ ਸੀ, ਮੁਕਾਬਲਾ ਬਹੁਤ ਸ਼ਾਨਦਾਰ ਕੀਤਾ। ਜੀ। ਪਰ ਉੱਥੇ ਗੱਲ ਇਹ ਕਿ ਪੈਂਤੜਾ ਕਿਹੜਾ ਅਪਣਾਇਆ? ਉਹੀ ਜੋ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਅਪਣਾਉਂਦੇ ਸੀ। ਉਹ ਮੰਦਿਰਾਂ 'ਚ ਜਾਂਦੇ ਸੀ, ਮਗਰੇ ਜਾਣ ਲੱਗੇ। ਇੱਕ ਕੱਟੜ ਹਿੰਦੂ ਤੇ ਇੱਕ ਲਿਬਰਲ ਹਿੰਦੂ। ਜੀ। ਜਿਹੜਾ ਲਿਬਰਲਿਜ਼ਮ ਦੇ ਨਾਲ ਤੁਸੀਂ ਕੱਟੜਤਾ ਦਾ ਮੁਕਾਬਲਾ ਕਿਵੇਂ ਕਰੋਗੇ? ਇਹ ਗੱਲ ਵੀ ਸੋਚਣੀ ਪੈਣੀ ਹੈ। ਰਾਹੁਲ ਗਾਂਧੀ ਨੂੰ ਆਪਣੇ ਪੈਂਤੜੇ ਦੇ ਵਿੱਚ ਚੇਂਜ ਕਰਨੀ ਪੈਣੀ ਹੈ, ਆਪਣੀ ਰਣਨੀਤੀ ਦੇ ਵਿੱਚ ਤਬਦੀਲੀ ਕਰਨੀ ਪੈਣੀ ਹੈ। ਸੋਚ ਆ ਜਿਹੜੀ, ਸੋਚ ਨੂੰ ਤਰਕਪੂਰਨ ਕਰਨਾ ਪੈਣਾ ਜੀ। ਤੇ ਹੁਣ ਆਪਾਂ ਗੱਲ ਕਰੀਏ ਜੀ ਰਾਜਾ ਵੜਿੰਗ ਤੇ ਸੁਖਪਾਲ ਖਹਿਰੇ ਖਿਲਾਫ FIR ਦੀ। ਹੁਣ ਇਹ ਜਿਹੜੀ ਇਲਜ਼ਾਮ ਲਾਏ ਗਏ, ਇਹ ਤਾਂ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕਈ ਬੰਦੇ ਵੀ ਸ਼ੇਅਰ ਕਰੀ ਜਾਂਦੇ ਸੀ। ਦੇਖੋ ਗੱਲ ਇਹ ਹੈ ਕਿ ਇਹਦੇ ਚ ਫਾਇਦਾ ਕੀ ਹੋਣਾ, ਨੁਕਸਾਨ ਕੀ ਹੋਣਾ, ਇਹ ਵੀ ਵੇਖਣਾ। ਨੁਕਸਾਨ ਫਾਇਦਾ ਇਹ ਹੈ, ਪਹਿਲੀ ਗੱਲ ਤਾਂ ਦੇਖੋ ਇਹ FIR ਕੀ ਹੈ ਤੇ ਕਿਹਨੇ ਕਰਵਾਈ ਹੈ। ਪੰਜਾਬੀ ਦੇ ਵਿੱਚ ਆਪਣੇ ਕਹਾਵਤ ਤਾਂ ਕੁਝ ਹੋਰ ਹੈ। ਮੈਂ ਉਹ ਕਹਾਵਤ ਨਹੀਂ ਵਰਤਦਾ, ਪਰ ਮੈਨੂੰ ਥੋੜੀ ਜੀ ਜਿਹੜੀ ਹੈ ਨਾ ਰਿਫਾਈਨਡ ਕਰ ਦੇਣਾ ਜੀ। ਉਹ ਕਹਿੰਦੇ ਵੀ ਜਦੋਂ ਬੁੜੀਆਂ ਤੋਂ ਚੋਰ ਮਰਵਾਉਣ ਲੱਗ ਜਾਓ ਨਾ, ਬੁੱਗਾਂ ਤੋਂ ਚੋਰ ਮਰਵਾਉਣ ਲੱਗ ਪੈਂਦੇ। ਉਹ ਇਹ ਕਹਿੰਦੇ ਹੁੰਦੇ ਸੀ, ਮੈਂ ਬੁੱਗਾ ਨਹੀਂ ਕਹਿੰਦਾ ਕਿਉਂਕਿ ਉਹ ਵੀ ਕਿਸੇ ਦੀ ਧੀ ਭੈਣ ਆਪਾਂ ਬੁੜੀ ਕਹਿ ਲੈਣੀ। ਹਾਂ। ਜਦੋਂ ਤੁਸੀਂ ਬੁੜੀਆਂ ਤੋਂ ਚੋਰ ਮਰਵਾਓ ਤੇ ਫੌਜਾਂ ਕਿਤੇ ਕਾਮਯਾਬ ਨਹੀਂ ਹੁੰਦੀਆਂ। ਹੁਣ ਇੱਥੇ ਹੋਇਆ ਕੀ ਕਿ ਰਾਜੇ ਵੜਿੰਗ ਦੇ ਖਿਲਾਫ ਤੇ ਸੁਖਪਾਲ ਖਹਿਰੇ ਦੇ ਖਿਲਾਫ ਇੱਕ FIR ਮੋਹਾਲੀ 'ਚ ਹੁੰਦੀ ਹੈ। ਔਰ ਮੋਹਾਲੀ ਦੇ ਵਿੱਚ FIR ਆਮ ਆਦਮੀ ਪਾਰਟੀ ਦੀ ਇੱਕ ਬੀਬੀ ਵੱਲੋਂ ਕਰਵਾਈ ਜਾਂਦੀ ਹੈ। ਉਹ ਕਹਿੰਦੇ ਜੀ ਸਾਡੀ ਪਾਰਟੀ ਨੂੰ ਬਦਨਾਮ ਕਰ ਰਹੇ। ਇਹਨਾਂ ਨੇ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਾਲੀ ਡਾਕੂਮੈਂਟ ਹੈ ਜਿਹੜਾ ਉਹ ਸ਼ੇਅਰ ਕੀਤਾ ਹੋਇਆ, ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਤੇ ਨਾਲ ਦੀ ਨਾਲ ਕਿਉਂਕਿ ਹਾਕਮ ਪਾਰਟੀ ਦੀ ਬੀਬੀ ਨੇ ਕੰਪਲੇਂਟ ਕੀਤੀ ਤੇ ਸ਼ਾਇਦ ਨਾਲ ਦੀ ਨਾਲ ਮੇਰੇ ਖਿਆਲ ਉੱਪਰੋਂ ਹੁਕਮ ਹੋ ਗਿਆ ਨਾ, SHO ਸਾਹਿਬ ਨੇ ਕੰਪਲੇਂਟ ਲਈ। ਕੰਪਲੇਂਟ ਲੈ ਕੇ ਤੇ ਨਾਲ ਦੀ ਨਾਲ ਉਹਦੇ ਤੇ ਸਰਕਾਰੀ ਵਕੀਲ ਦੀ ਰਾਏ ਵੀ ਲੈ ਲਈ। ਸਰਕਾਰੀ ਵਕੀਲ ਦੀ ਰਾਏ ਲੈ ਕੇ ਤੇ ਜੀ 465 471 IPC ਤੇ 66D IT ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਪਰਚਾ ਦਰਜ ਕਰਤਾ। ਕਹਿੰਦੇ ਲਓ ਜੀ ਪਰਚਾ ਦਰਜ ਕਰਤਾ। ਕਸੂਰ ਕਹਿੰਦੇ ਕੀ ਹੈ? ਕਹਿੰਦੇ ਜੀ ਇਹਨਾਂ ਨੇ ਨਾ ਇੱਕ ਪੋਸਟ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਤੇ ਲੋਡ ਕੀਤੀ ਹੈ, ਜਿਹੜੀ ਪੋਸਟ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਹੜੀ ਤਾਂ ਸਿਰਫ ਤੇ ਸਿਰਫ ਡੰਮੀ ਸਰਕਾਰ ਹੈ। ਅਸਲ ਦੇ ਵਿੱਚ ਰਾਜ ਭਾਗ ਤਾਂ ਦਿੱਲੀ ਵਾਲਿਆਂ ਦਾ ਚੱਲਦਾ। ਕਹਿੰਦੇ ਵੀ ਜਿਹੜੇ 9 ਪਿਛਲੇ ਦਿਨਾਂ ਦੇ ਵਿੱਚ 9 ਇਹਨਾਂ ਨੇ ਚੇਅਰਮੈਨ ਨਿਯੁਕਤ ਕੀਤੇ ਆ ਪੰਜਾਬ ਸਰਕਾਰ ਨੇ, ਉਹਨਾਂ ਚੇਅਰਮੈਨਾਂ ਦਾ ਹੁਕਮ ਜਿਹੜਾ ਉਹ ਕੇਜਰੀਵਾਲ ਹੋਰਾਂ ਨੇ ਭੇਜਿਆ ਤੇ ਉਹਨਾਂ ਨੇ ਜੀ ਇੱਕ ਜਿਹੜੀ ਹੈ ਇੱਕ ਡਾਕੂਮੈਂਟ ਸ਼ੇਅਰ ਕੀਤਾ ਹੈ ਜਿਹਦੇ ਉੱਤੇ ਕਹਿੰਦੇ ਆ ਵੀ ਇਹ ਦਸਤਖਤ ਜਿਹੜੇ ਹੈਗੇ ਨਾ ਸਹੀ ਪਈ ਹੈ, ਇਹ ਸਹੀ ਕੇਜਰੀਵਾਲ ਹੋਰਾਂ ਦੀ ਪਈ ਹੈ ਜੀ। ਕੇਜਰੀਵਾਲ ਹੋਰਾਂ ਨੇ ਕਹਿੰਦੇ ਵੀ ਉੱਥੋਂ ਡਾਕੂਮੈਂਟ ਤਿਆਰ ਕਰਕੇ ਭੇਜਿਆ ਇਹਨਾਂ ਕੋਲੇ ਕਿ ਲਓ ਜੀ ਇਹਨਾਂ ਬੰਦਿਆਂ ਨੂੰ ਬਣਾ ਦੇ, ਤੇ ਇਹਨਾਂ ਨੇ ਬਣਾਤਾ ਤੇ ਕਹਿੰਦਾ ਫਿਰ ਇਹ ਆਪਦਾ ਦਿਮਾਗ ਅਪਲਾਈ ਕਰਦੇ ਨਹੀਂ। ਇਹ ਤਾਂ ਉੱਪਰਲਾ ਹੁਕਮ ਮੰਨਦੇ, ਇੱਥੇ ਤਾਂ ਦਿੱਲੀ ਵਾਲਿਆਂ ਦੀ ਤੂਤੀ ਬੋਲਦੀ ਹੈ ਤੇ ਦਿੱਲੀ ਵਾਲਿਆਂ ਦਾ ਬੋਲਦਾ ਹੁਕਮ ਜੀ। ਉਸ ਹੁਕਮ ਦੇ ਆਧਾਰ ਦਿੱਤੇ ਸਾਰਾ ਕੁਝ ਹੋ ਗਿਆ ਤੇ ਬੀਬੀ ਕਹਿੰਦੀ ਲਓ ਜੀ ਸਾਡੀ ਤਾਂ ਪਾਰਟੀ ਦੀ ਬਦਨਾਮੀ ਕਰਤੀ। ਲਓ ਜੀ ਕੇਸ ਰਜਿਸਟਰ ਹੋ ਗਿਆ। ਦਾਨੇਲੀਆ ਸਾਹਿਬ ਨੇ ਦਾ ਫਾਇਦਾ ਕੀ ਹੋਊਗਾ ਤੇ ਨੁਕਸਾਨ ਕੀ ਹੋ? ਸਾਫ਼ ਠੋਕ ਕੇ ਕਹਿਤਾ ਰਾਜੇ ਵੜਿੰਗ ਨੇ, ਕਹਿੰਦਾ ਆਮ ਆਦਮੀ ਪਾਰਟੀ B ਟੀਮ ਹੈ ਬੀਜੇਪੀ ਦੀ B ਟੀਮ ਦਾ ਮਤਲਬ ਇਹ ਹੋਇਆ ਕਿ ਮਾਂ ਤਾਂ ਕੋਈ ਹੋਰ ਹੈ। ਇਹੀ ਗੱਲ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ ਅੰਨਾ ਹਜ਼ਾਰੇ ਨੇ ਕਹੀ ਹੈ। ਅੰਨਾ ਹਜ਼ਾਰੇ ਕਹਿੰਦੇ ਕਿ ਜਿਸ ਮਕਸਦ ਨੂੰ ਲੈ ਕੇ ਪਾਰਟੀ ਬਣਾਈ ਸੀ, ਮੈਂ ਤਾਂ ਵਿਰੋਧੀ ਸੀ, ਇਹ ਨਹੀਂ ਬਣਨੀ ਚਾਹੀਦੀ। ਤੁਸੀਂ ਜਿਸ ਮਕਸਦ ਨੂੰ ਲੈ ਕੇ ਪਾਰਟੀ ਬਣਾਈ ਸੀ ਇਹ ਮਕਸਦ ਹੋਰ ਹੈ ਕੋਈ। ਉਹਨੇ ਵੀ ਉਹਨੂੰ ਕ੍ਰਿਟੀਸਾਈਜ਼ ਕਰਤਾ। ਔਰ ਆਮ ਆਦਮੀ ਪਾਰਟੀ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਬੀਜੇਪੀ ਤੇ ਕਿ ਜੀ ਬੀਜੇਪੀ ਇਸਤੇਮਾਲ ਕਰਦੀ ਆ ਅੰਨਾ ਹਜ਼ਾਰੇ ਨੂੰ। ਇਹਦਾ ਮਤਲਬ ਜਿਹੜੀਆਂ ਗੱਲਾਂ ਆਪਾਂ ਉਸ ਵੇਲੇ ਕਹਿੰਦੇ ਸੀ ਜਦੋਂ ਆਮ ਆਦਮੀ ਪਾਰਟੀ ਬਣੀ ਹੈ ਕਿ ਵਿਵੇਕਾਨੰਦ ਫਾਊਂਡੇਸ਼ਨ ਦੇ ਵਿੱਚੋਂ ਇਹ ਸਾਰੀ ਚੱਲਦੀ ਹੈ ਕੰਪੇਨ ਅਗੇਂਸਟ ਕਰਪਸ਼ਨ, ਨਹੀਂ ਤਾਂ ਕੰਪੇਨ ਅਗੇਂਸਟ ਕਾਂਗਰਸ ਸੀ। ਔਰ ਹੁਣ ਜਿਹਦੇ ਕਹਿੰਦੇ ਕਿ ਜੀ ਅੰਨਾ ਹਜ਼ਾਰੇ ਨੂੰ ਚਾਹੀਦਾ, ਦਾ ਮਤਲਬ ਅੰਨਾ ਹਜ਼ਾਰੇ ਉਸ ਵੇਲੇ ਤੋਂ ਹੀ ਬੀਜੇਪੀ ਤੇ RSS ਦੇ ਸੰਪਰਕ ਸੀਗਾ। ਬਿਲਕੁਲ ਤਾਂ ਹੀ ਉਹ ਸਾਰਾ ਕੁਝ ਕਰ ਰਹੇ ਨਾ। ਇਹ ਇਸੇ ਕਰਕੇ ਰਾਜੇ ਵੜਿੰਗ ਨੇ ਕਹਿਤਾ। ਇੱਕ ਤਾਂ ਇਹ ਗੱਲ ਹੁਣ ਜਿਹੜੀ ਹੈ ਲੋਕਾਂ 'ਚ ਘਰ ਕਰਦੀ ਜਾ ਰਹੀ ਹੈ ਕਿ ਵਾਕਈ ਇਹ ਤਾਂ ਜਿਹੜੀ ਹੈ ਜੀ ਬੀਜੇਪੀ ਦੀ B ਟੀਮ ਵਾਲੇ ਪਾਸੇ ਹੈ। ਤੇ ਜਿਵੇਂ ਪੰਜਾਬ ਦੇ ਵਿੱਚ ਉਹਨਾਂ ਦੀ ਦਖਲਅੰਦਾਜ਼ੀ ਹੈ ਹਰ ਥਾਂ ਤੇ ਜੀ। ਸ਼ੁਰੂ ਦੇ ਵਿੱਚ ਦੇਖੋ ਤੁਸੀਂ ਰਾਜ ਸਭਾ ਦੇ ਮੈਂਬਰਾਂ ਦੀ ਨਿਯੁਕਤੀ ਉਹ ਕਿਵੇਂ ਹੋਈ ਜੀ? ਕਿਹਨੇ ਕੀਤੀ? ਭਗਵੰਤ ਸਿੰਘ ਮਾਨ ਨੇ ਤਾਂ ਜਮਾ ਨਹੀਂ ਕੀਤੀ, ਉਹ ਉੱਪਰੋਂ ਹੋਈ ਹੈ। ਫਿਰ ਜਿਹੜੇ ਹੈਗੇ ਹੈ ਅਫਸਰਾਂ ਦੀਆਂ ਨਿਯੁਕਤੀਆਂ ਕਿਵੇਂ ਹੋ ਰਹੀਆਂ? ਆਪਾਂ ਹੁਣ ਇਹਨਾਂ ਦੀ ਗੱਲ ਕਰਕੇ ਹਟੇ ਹਾਂ, ਗੌਰਵ ਯਾਦਵ ਸਾਹਿਬ ਦੀ ਜੀ।
ਜੇ ਹੁਣ ਵਿਵੇਕ ਬਰੇਸ਼ ਭਾਵਰਾ ਜੀ ਨੂੰ ਲਾਂਭੇ ਕੀਤਾ ਜਾ ਰਿਹਾ ਹੈ ਤਾਂ ਚਲੋ ਡੀਜੀਪੀ ਨੇ, ਜੇ ਆਪਾਂ ਕਹਿ ਸਕਦੇ ਕਿ ਡੀਜੀਪੀ ਦੀ ਕੋਈ ਕਮੀ ਪੇਸ਼ੀ ਹੈ ਜਿਵੇਂ ਇਹਨਾਂ ਨੇ ਕਿਹਾ ਹੈ, ਜੇ ਸੱਚਮੁੱਚ ਮੰਨ ਲਈਏ ਕਿ ਉਹ ਸਹੀ ਹੈ ਨੋਟਿਸ, ਤਾਂ ਫਿਰ ਗੱਲ ਇਹ ਹੈ ਕਿ ਸਿੱਧੂ ਮੂਸੇਵਾਲੇ ਦੀ ਸੀਕ੍ਰੇਸੀ ਲੀਕ ਕਿਹਨੇ ਕੀਤੀ ਫਿਰ? ਉਹ ਵੀ ਤਾਂ ਇਹਨਾਂ ਨੇ ਉਹ ਤਾਂ ਬਰੇਸ਼ ਕੁਮਾਰ ਭਾਵਰਾ ਨੇ ਨਹੀਂ ਕੀਤੀ ਨਾ, ਉਹ ਤਾਂ ਜਿਹੜੀਆਂ ਅਖਬਾਰਾਂ ਦੇ ਦਫ਼ਤਰਾਂ ਦੇ ਵਿੱਚ ਇਨਫੋਰਮੇਸ਼ਨ ਗਈ ਹੈ, ਚੋਣਵੀਂ ਇਨਫੋਰਮੇਸ਼ਨ ਗਈ ਹੈ, ਟੀਵੀ ਚੈਨਲਾਂ ਤੇ ਚੱਲੀ ਹੈ, ਭਗਵੰਤ ਸਿੰਘ ਮਾਨ ਦੇ ਪੇਜ ਦੇ ਉੱਤੇ ਆਈ ਹੈ, ਉਹ ਕਿਹਨੇ ਕੀਤੀ ਹੈ? ਇਹ ਵੀ ਵੇਖਣ ਵਾਲੀ, ਇਹ ਵੀ ਦੇਖਣ ਵਾਲੀ। ਇਹ ਸਾਰੀਆਂ ਗੱਲਾਂ ਹੁਣ ਆਉਂਦੀਆਂ। ਹੁਣ ਇਹ ਗੱਲ ਹੈ ਵੀ ਇੱਥੇ ਤਾਂ FIR ਦਰਜ ਕਰਤੀ ਕਿ ਜੀ ਇਹਨਾਂ ਨੇ ਇਹ ਪੋਸਟ ਸ਼ੇਅਰ ਕਰਤੀ ਤੇ ਦਾਨੇ ਵਾਲੇ ਸਾਹਿਬ 2 ਡਾਕੂਮੈਂਟ ਹੋਰ ਹੈ ਜੀ। ਇੱਕ ਡਾਕੂਮੈਂਟ ਤਾਂ ਜੀ ਹੈਗਾ ਸੋਨੀ, ਓਮ ਪ੍ਰਕਾਸ਼ ਸੋਨੀ, ਜਿਹੜੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸਾਬਕਾ ਡਿਪਟੀ ਹੁੰਦੇ ਸੀ ਉਹਦੇ ਵੇਲੇ, ਚੰਨੀ ਸਰਕਾਰ ਵੇਲੇ। ਜੀ। ਉਹਨਾਂ ਨੇ ਇੱਕ ਪਟੀਸ਼ਨ ਦਰ ਕਰਤੀ ਹਾਈ ਕੋਰਟ 'ਚ। ਕਹਿੰਦਾ ਜੀ ਮੇਰੀ ਸਿਕਿਉਰਿਟੀ ਕਿਉਂ ਘਟਾਈ ਹੈ? ਹਾਂ, ਮੇਰੀ ਸਿਕਿਉਰਿਟੀ ਕਹਿੰਦਾ ਜੀ ਇਸ ਕਰਕੇ ਘਟਾਈ ਹੈ ਕਿ ਮੈਂ ਰਾਜਸੀ ਵਿਰੋਧੀ ਇਹਨਾਂ ਦਾ। ਹਾਲਾਂਕਿ ਉਹ ਕਹਿੰਦਾ ਮੇਰੇ ਤੇ ਹਮਲੇ ਹੋ ਚੁੱਕੇ ਹੈ, ਮੇਰੇ ਘਰ ਦੇ ਉੱਤੇ ਹਮਲੇ ਹੋ ਚੁੱਕੇ ਹੈ, ਮੈਨੂੰ ਸਾਬਕਾ ਡਿਪਟੀ ਮੁੱਖ ਮੰਤਰੀ ਦੇ ਤੌਰ ਤੇ ਫੁੱਲ ਫਲਾਈਡ ਸਿਕਿਉਰਿਟੀ ਚਾਹੀਦੀ ਹੈ। ਨਾਲ ਉਹਨੇ ਇੱਕ ਲਿਸਟ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਬੰਦਿਆਂ ਨੂੰ ਵੀ ਲਿਸਟ ਆਪਣੀ ਸਿਕਿਉਰਿਟੀ ਦਿੱਤੀ ਗਈ ਹੈ ਜੀ। ਉਸ ਲਿਸਟ ਦੇ ਵਿੱਚ ਉਹ ਕਹਿੰਦਾ ਹੈ ਕਿ ਅਰਵਿੰਦ ਕੇਜਰੀਵਾਲ ਹੋਣਾ ਨੂੰ ਪੰਜਾਬ ਦੀ ਕਾਂਗਰਸ ਪਾਰਟੀ ਦਾ ਕਨਵੀਨਰ ਦਿਖਾਇਆ ਗਿਆ। ਅੱਛਾ ਜੀ। ਹਾਂ, ਸਿਕਿਉਰਿਟੀ ਦੇਣ ਦੇ ਲਈ, ਸਿਕਿਉਰਿਟੀ ਦੇਣ ਦੇ ਲਈ ਜਿਹੜੀ ਪੰਜਾਬ ਦੇ ਵਿੱਚ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਹੈ ਕਿ ਨਹੀਂ, ਇਹ ਤਾਂ ਪੁਲਿਸ ਜਾਣਦੀ ਪੰਜਾਬ ਦੀ। ਪਰ ਉਹ ਕਹਿੰਦੇ ਜਿਹੜੀ ਸਿਕਿਉਰਿਟੀ ਦਿੱਤੀ ਗਈ ਹੈ ਉਸ ਸਿਕਿਉਰਿਟੀ ਵਾਸਤੇ ਇਹਨੂੰ ਪੰਜਾਬ ਕਾਂਗਰਸ ਦਾ ਕਨਵੀਨਰ ਦਿਖਾਇਆ ਗਿਆ ਜੀ। ਉਹਦਾ ਨੋਟਿਸ ਕਿਉਂ ਨਹੀਂ ਲਿਆ ਜੀ? ਉਹਦੇ ਆਧਾਰ ਤੇ ਜੀ FIR ਦਰਜ ਹੋਣੀ ਚਾਹੀਦੀ ਸੀ। ਹਾਂ ਬਿਲਕੁਲ, ਵੀ ਆ ਤੂੰ ਝੂਠੀ ਇਨਫੋਰਮੇਸ਼ਨ ਕਿਉਂ ਹਾਈ ਕੋਰਟ ਨੂੰ ਪ੍ਰੋਵਾਈਡ ਕੀਤੀ ਹੈ, ਉਹਦੇ ਤੇ ਅੱਜ ਤੱਕ ਨਹੀਂ ਹੋਈ। ਇੱਕ ਹੋਰ ਚਿੱਠੀ ਹੈ, ਉਹ ਚਿੱਠੀ ਤਾਂ ਫਿਰ ਬਾਹਲੀ ਘੈਂਟ ਹੈ। ਅੱਛਾ ਜੀ। ਉਹ ਚਿੱਠੀ ਹੈ ਬੀਬੀ ਗਗਨ ਅਨਮੋਲ ਮਾਨ ਦੀ। ਅੱਛਾ। ਜਿਹੜੀ ਉਹ ਕਹਿੰਦੇ ਸੀ ਜੀ ਆ ਮੇਰੀ ਕੋਠੀ ਨੂੰ ਰੈਨੋਵੇਟ, ਸਵਿਮਿੰਗ ਪੂਲ ਬਣਾ ਦਿਓ, ਸਵਿਮਿੰਗ ਪੂਲ ਵੀ ਬਣਾ ਦਿਓ ਜੀ। ਉਹ ਕਿਹਨੇ ਲੀਕ ਕੀਤੀ? ਉਹ ਚਿੱਠੀ ਵੀ ਜਿਹੜੀ ਹੈਗੀ ਉਹ ਵੀ ਸਾਰਿਆਂ ਦੀ ਸਭ ਨੇ ਜਿਹੜੀ ਸ਼ੇਅਰ ਕੀਤੀ ਹੈ। ਉਹਦੀ FIR ਕਿਉਂ ਨਹੀਂ ਹੋਈ? ਇਹਦਾ ਮਤਲਬ ਇਹ ਹੈ ਕਿ ਜੇ 2 ਥਾਵਾਂ ਤੇ FIR ਨਹੀਂ ਹੁੰਦੀ, ਇੱਕ ਥਾਂ ਤੇ FIR ਹੁੰਦੀ ਹੈ, ਤਾਂ ਮਤਲਬ ਇਹ ਹੈ ਕਿ ਜਿਹੜੀ ਫਿਰ ਉਹਨੇ ਦੁੱਖ ਦੀ ਰਗ ਛੇੜਤੀ। ਅਸੀਂ ਇਹ ਨਹੀਂ ਕਹਿ ਸਕਦੇ ਵੀ ਸੱਚਮੁੱਚ ਹੀ ਕੇਜਰੀਵਾਲ ਹੋਰਾਂ ਨੇ ਚਿੱਠੀ ਦੇ ਉੱਤੇ ਦਸਤਖਤ ਕਰਕੇ ਭੇਜੇ ਹੈ, ਪਰ ਜੇ ਰਾਜੇ ਵੜਿੰਗ ਹੋਰੀ ਇਹ ਗੱਲ ਕਹਿੰਦੇ ਹੈ ਕਿ ਆਹ ਦੇਖੋ ਜੀ, ਉਹ ਐਕਸਪੋਜ਼ ਕਰਦੇ ਹੈ। ਇਹ ਠੀਕ ਹੈ ਕਿ ਹੁਣ ਵਕਤੀ ਤੌਰ ਦੇ ਉੱਤੇ ਕੇਸ ਦਰਜ ਹੋ ਜਾਊਗਾ। ਪੋਲੀਟੀਕਲ ਬੰਦਿਆਂ ਨੂੰ ਕੇਸਾਂ ਨਾਲ ਕੀ ਹੁੰਦਾ? ਕੋਈ ਫਰਕ ਨਹੀਂ ਪੈਂਦਾ। ਜੇ ਉਹਨਾਂ ਨੂੰ ਫੜਨਗੇ 10 ਦਿਨ ਅੰਦਰ ਦੇ ਦੇਣਗੇ। ਬਲਜੀਤ ਸਿੰਘ ਦਾਦੂਵਾਲ ਤੇ ਕਿੰਨੇ ਹੀ ਆ ਤੁਰਿਆ, ਦੇਖ ਲਓ। ਮੈਨੂੰ ਲੱਗਦਾ ਬਲਜੀਤ ਸਿੰਘ ਦਾਦੂਵਾਲ ਤੇ ਕਿਉਂ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਅੰਦਰ ਭੇਜਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਬਾਹਰ ਨਿਕਲੇ ਤੇ ਆ ਕੇ ਮੁੱਖ ਮੰਤਰੀ ਬਣ ਗਏ ਜੀ। ਇਸ ਵੇਲੇ ਤੁਸੀਂ ਦੇਖੋ ਅਕਾਲੀ ਦਲ ਦਾ ਪ੍ਰਧਾਨ ਕੌਣ ਹੈ ਜੀ? ਸੁਖਬੀਰ ਸਿੰਘ ਬਾਦਲ ਜੀ। ਅਕਾਲੀ ਦਲ ਦਾ ਸਰਪ੍ਰਸਤ ਕੌਣ ਹੈ? ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤੇ ਭੀੜਾ ਕਿਹਦੇ ਨਾਲ ਵੱਧ? ਬਿਕਰਮ ਮਜੀਠੀਆ ਨਾਲ। ਕਿਉਂ? ਕਿਉਂਕਿ 5.5 ਮਹੀਨੇ ਲਾਇਆ ਉਹ ਅੰਦਰ। ਹਾਂਜੀ, ਜਿਹੜੇ ਉਹ ਲਾਇਆ ਅੰਦਰ 5.5 ਮਹੀਨੇ, ਉਹ 5.5 ਮਹੀਨੇ ਉਹਦੀ ਮੈਰਿਟ ਬਣ ਗਈ। ਉਹ ਵੀ ਕਹਿੰਦਾ ਮੈਂ ਵੀ ਕੈਦ ਕੱਟ ਕੇ ਆਇਆ ਵੀ ਆਹ ਦੇਖੋ ਜੀ ਇਲਜ਼ਾਮ ਤਾਂ ਇਹ ਤੇ ਲਾਏ ਸੀਗੇ, ਇਹਨੂੰ ਮਿਲ ਗਈ ਜ਼ਮਾਨਤ ਤੇ ਨਾਲ ਟਿੱਪਣੀਆਂ ਕੁਛ ਅਦਾਲਤ ਨੇ ਇਹੋ ਜਿਹੀਆਂ ਕਰਤੀਆਂ ਕਿ ਇਹਨੂੰ ਤਾਂ ਦੋਸ਼ ਮੁਕਤ ਕਰਾਰ ਦੇ ਦਿੱਤਾ ਜੀ। ਸੋ ਜਦੋਂ ਬੰਦਾ ਅੰਦਰ ਜਾਂਦਾ ਨਾ, ਅੰਦਰ ਜਾ ਕੇ ਤਾਂ ਬੰਦਾ ਪੋਲੀਟੀਕਲ ਬੰਦਾ ਜਿਹੜਾ ਹੈਗਾ ਉਹ ਹੋਰ ਤਕੜਾ ਹੋ ਕੇ ਨਿਕਲਦਾ ਹੈ। ਹੁਣ ਜੇ ਸੁਖਪਾਲ ਖਹਿਰੇ ਨੂੰ ਤੇ ਰਾਜੇ ਵੜਿੰਗ ਨੂੰ ਅੰਦਰ ਨਹੀਂ ਭੇਜਦੇ ਜੀ, ਫਿਰ ਕੀ ਕਹਿੰਦੇ ਵੀ ਉਹ ਕੀ ਕਹਿੰਦੇ, ਸੱਪ ਦੇ ਮੂੰਹ ਚ ਕੋੜ ਕਿਰਲੀ। ਹਾਂਜੀ, ਖਾਂਦਾ ਤੇ ਕੋੜੀ ਤੇ ਛੱਡਦਾ ਤੇ ਕਲੰਕੀ। ਇਹ ਹੁਣ ਇਹ ਕੀ ਕਰਨਗੇ? ਜੇ ਤਾਂ ਉਹਨੂੰ ਫੜ ਕੇ ਅੰਦਰ ਦਿੰਦੇ ਤਾਂ ਉਹ ਹੀਰੋ ਬਣਦਾ, ਤੇ ਜੇ ਨਹੀਂ ਦਿੰਦੇ ਤਾਂ ਫਿਰ ਮਤਲਬ ਕਲੰਕੀ। ਇਹ ਦੋਨਾਂ ਗੱਲਾਂ ਦੇ ਵਿੱਚ ਗੱਲ ਹੋਊ, ਔਰ ਇਹਦੇ ਚ ਇਹਨਾਂ ਨੂੰ ਫਾਇਦਾ ਕੁਝ ਨਹੀਂ ਹੋਣਾ, ਨੁਕਸਾਨ ਹੋਣਾ। ਪਹਿਲਾਂ ਵੀ ਜੀ ਕੇਜਰੀਵਾਲ ਨੂੰ ਕ੍ਰਿਟੀਸਾਈਜ਼ ਕਰਨ ਵਾਸਤੇ ਜਿਨ੍ਹਾਂ ਲੋਕਾਂ ਦੇ ਖਿਲਾਫ FIR ਦਰਜ ਕੀਤੀ ਸੀ, ਉਹਨਾਂ ਦੇ ਵਿੱਚ ਇੱਕ ਤੇਜਿੰਦਰ ਬਗਾ ਸੀ ਜੀ, ਇੱਕ ਉਹਨਾਂ ਚੋਂ ਕੁੜੀ ਸੀਗੀ ਆਪਣੀ, ਕੀ ਉਹਦਾ ਨਾਂ ਸੀਗੀ, ਜਿਹੜੀ ਯੂਥ ਕਾਂਗਰਸ ਦੀ ਲੀਡਰ ਹੈ ਆਪਣੀ ਅਲਕਾ ਲਾਂਬਾ। ਇੱਕ ਹੁੰਦਾ ਸੀ ਇਹਨਾਂ ਦਾ ਕੇਜਰੀਵਾਲ ਸਾਹਿਬ ਦਾ ਹਾਣੀ ਸੀ, ਇਹਨਾਂ ਦਾ ਸਮਕਾਲੀ ਸੀ ਕੁਮਾਰ ਵਿਸ਼ਵਾਸ। ਹਾਂਜੀ, ਸਾਰਿਆਂ ਦੇ ਖਿਲਾਫ FIR ਦਰਜ ਕੀਤੀਆਂ ਹੋਈਆਂ ਸੀ। ਪੰਜਾਬ ਦੀ ਪੁਲਿਸ ਨੇ FIR ਦਰਜ ਕੀਤੀਆਂ ਸੀ। ਉਹ ਕੋਰਟ ਚੋਂ ਗਏ, ਕੋਰਟ ਚੋਂ ਉਹਨਾਂ ਨੂੰ ਰਿਲੀਫ ਮਿਲ ਗਈ। ਇਸ ਕਰਕੇ ਮਤਲਬ ਮੇਰੇ ਖਿਆਲ ਮੁਤਾਬਕ ਉਹ ਕਹਿੰਦੇ ਵੇਲੇ ਦੀ ਨਮਾਜ਼ ਤੇ ਇੱਕ ਵੇਲੇ ਦੀਆਂ ਟੱਕਰਾਂ ਜੀ, ਇਹ ਟੱਕਰਾਂ ਨਹੀਂ ਮਾਰਨੀਆਂ ਚਾਹੀਦੀਆਂ। ਸੋ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਦਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।